संगी जनों, सिख मिशनरी कॉलेज वालों चल रही इस गुरमत क्लास विच आप सारिਆਂ ਨੂੰ ਜੀ ਆਇਆਂ। ਵਾਹਿਗੁਰੂ जी अपार किरपा नाल बख्शिश नाल ਅਸੀਂ सतगुरु जी ਦੇ ਦਰ ਦੀਆਂ ਬਾਤਾਂ ਜੋ ਗੁਰੂ ਸਾਹਿਬਾਨ ਨੇ ਸਾਡੀ ਝੋਲੀ ਵਿੱਚ ਪਾਈਆਂ, ਉਹਨਾਂ ਦੀ ਵਿਚਾਰ, ਸਿੱਖ ਇਤਿਹਾਸ ਦੀ ਵਿਚਾਰ, ਰਹਿਤ ਮਰਿਆਦਾ ਦੀ ਵਿਚਾਰ, ਹੋਰ ਗੁਰਮਤ ਸਿਧਾਂਤਾਂ ਦੀ ਵਿਚਾਰ ਲਗਾਤਾਰ ਕਰਦੇ ਆ ਰਹੇ ਹਾਂ। सोमवार का सैशन सवाल जवाब का सैशन ਹੁੰਦਾ है। जो सवाल आप जी वालों भेजे जाते हैं उन्होंने उत्तर उन्होंने जवाब पैनल मैंबरस वालों दिते जाते हैं। इहदा जवाबां दा आधार भी श्री गुरु ग्रंथ साहिब जी की बाणी, भाई गुरदास जी दी रचना, पंथ प्रवान सिख रहत मर्यादा, भाई नंदलाल सिंह दी रचना और उनके विद्वान जिन्हां दी रचनावां नूं ऑथेंटिक मन्निया गया है ਉਹਨਾਂ ਦੇ ਉੱਤੇ ਆਧਾਰਿਤ ਹੁੰਦੇ ਹਨ। ਇਸ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਸ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਜੀਓ ਆਇਆਂ ਅੱਜ ਦੇ ਸਵਾਲ ਜਵਾਬ ਸੈਸ਼ਨ ਵਿੱਚ। ਤੋ ਆਪ ਜੀ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਤੇ ਜੋ ਸਵਾਲ ਨੇ ਇੱਕ ਇੱਕ ਕਰਕੇ ਆਪ ਨਾਲ ਸਾਂਝੇ ਕੀਤੇ ਜਾਣਗੇ। ਤੋ ਇਹਨਾਂ ਸਵਾਲਾਂ ਵਿੱਚ ਬਹੁਤੇ ਸਵਾਲ ਜਿਹੜੇ ਨੇ ਉਹ ਗੁਰਬਾਣੀ ਦੇ ਉਚਾਰਨ ਜਾਂ ਅਰਥ ਭੇਵ ਜਿਹੜੇ ਭਾਵ ਨੇ ਉਹਨਾਂ ਨਾਲ ਸੰਬੰਧਿਤ ਨੇ। ਫਿਲਾਸਫੀ ਦੇ ਵੀ ਸਵਾਲ ਹਨ। ਤੋ ਕੁਝ ਇੱਕ ਹਿਸਟੋਰੀਕਲ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨਾਲ ਹੀ ਸਵਾਲ ਮਿਲਦੇ ਜੁਲਦੇ ਨੇ। ਤੋ ਆਓ ਆਪਾਂ ਇਹਨਾਂ ਵੱਖ-ਵੱਖ ਵਿਸ਼ਿਆਂ ਤੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਰਲ ਮਿਲ ਕੇ ਸਾਂਝਾ ਪਾਈਏ ਤਾਂ ਜੇ, ਕਿਉਂਕਿ ਮਹਾਰਾਜ ਨੇ ਜਿਸ ਤਰ੍ਹਾਂ ਆਪਾਂ ਪਰਸੋਂ ਦੇ ਸੈਸ਼ਨ ਸੁਣਿਆ ਸੀ ਬਈ ਸੰਗਤਾਂ ਬਣਾਈਆਂ ਹੀ ਇਸ ਕਰਕੇ ਨੇ ਕਿ ਇਹ ਲਰਨਿੰਗ ਸੈਂਟਰ ਨੇ, ਸਿੱਖਿਆਰਥੀਆਂ ਲਈ ਕੇਂਦਰ, ਜਿੱਥੇ ਅਸੀਂ ਇੱਕ ਦੂਜੇ ਕੋਲੋਂ ਮਿਲ ਕੇ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਤੇ ਕੋਸ਼ਿਸ਼ ਕਰਨੀ ਹੈ ਕਿ ਸਾਡੇ ਅੰਦਰ ਦੀ ਦੁਬਿਧਾ ਨਿਕਲ ਜਾਏ ਔਰ ਗੁਰਬਾਣੀ ਦਾ ਚਾਨਣ ਸਾਡੇ ਅੰਦਰ ਵਸ ਜਾਏ। ਤਾਂ ਉਹ ਸਤਿਸੰਗ ਜੀ, ਸਭ ਤੋਂ ਪਹਿਲਾਂ ਜਿਹੜਾ ਸਵਾਲ ਲੈਂਦੇ ਹਾਂ, ਇਹ ਸਵਾਲ ਹੈ ਗੁਰਬਾਣੀ ਦਾ ਤੇ ਗੁਰਬਾਣੀ ਦੇ ਅਰਥ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1169 ਤੇ ਜੋ ਸ਼ਬਦ ਹੈ ਉਹਦੇ ਚ ਤੁਕ ਲਈ ਗਈ ਹੈ ਜਿਨ੍ਹਾਂ ਨੇ ਸਵਾਲ ਭੇਜਿਆ, ਮਨ ਨਿਰਮਲ ਨਹੀਂ ਦਸਮ ਦੁਆਰ, ਭਰਮ ਭਰਮ ਆਵੈ ਮੂਰਖ ਗਵਾਰ। ਤੇ ਸਵਾਲਕਰਤਾ ਨੇ ਇਹਦਾ ਪੁੱਛਿਆ ਵੀ ਇਹਦਾ ਅਰਥ ਕੀ ਹੈ, ਸ਼ਬਦੀ ਅਰਥ ਕੀ ਹੈ ਜਾਂ ਭਾਵ ਕੀ ਬਣਦਾ। ਤੋ ਇਹਨੂੰ ਸਮਝਾਇਆ ਜਾਏ। ਤਾਂ ਮੈਂ ਬੇਨਤੀ ਕਰ ਰਿਹਾ ਕਿ ਭੈਣ ਮਨਿੰਦਰ ਕੌਰ ਜੀ ਨੂੰ ਕਿ ਉਹ ਕਿਰਪਾ ਕਰਕੇ ਇਸ ਸਵਾਲ ਦਾ ਸਾਨੂੰ ਚਾਨਣਾ ਪਾਉਣ ਜੀ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੀਰ ਜੀ ਨੇ ਜਿਕਨ ਦੱਸਿਆ ਹੈ ਕਿ ਸਵਾਲ ਹੈ, ਮਨ ਨਿਰਮਲ ਨਹੀਂ 10ਵੇਂ द्वार, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਇਹ ਪੰਕਤੀ ਬਸੰਤ ਮਹਿਲਾ ਤੀਜਾ ਵਿੱਚੋਂ ਲਈ ਗਈ ਹੈ। ਅੰਕ ਵੀਰ ਜੀ ਨੇ ਦੱਸਿਆ ਹੀ ਹੈ। ਇਸ ਨੂੰ ਸਮਝਣ ਲਈ ਸਾਨੂੰ ਪੂਰੇ ਸ਼ਬਦ ਤੇ ਹੀ ਇੱਕ ਪੰਛੀ ਝਾਤ ਮਾਰਨ ਦੀ ਲੋੜ ਹੈ। ਤੇ ਸ਼ਬਦ ਹੈ, ਵਸਤਰ ਉਤਾਰ ਦਿਗੰਬਰ ਹੋਗ, ਜਟਾਧਾਰ ਕਿਆ ਕਮਾਵੇ ਜੋਗ। ਮਨ ਨਿਰਮਲ ਨਹੀਂ 10ਵੇਂ द्वार, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਤੇ ਇਸ ਪੰਕਤੀ ਦੀ ਰਹਾਉ ਦੀ ਪੰਕਤੀ ਹੈ, ਏਕ ਧਿਆਵੋ ਮੂੜ ਮਨਾ,
पार उतर जाहें एक खिना रहाओ। जिस तरह की ਅਸੀਂ ਦੇਖਦੇ ਪਏ ਹਾਂ ਕਿ ਸਾਰੇ ਸ਼ਬਦ ਵਿੱਚ ਹੀ ਬਾਹਰਲੇ ਭੇਖ ਤੇ ਕਰਮ ਕਾਂਡ ਦੀ ਗੱਲ ਕੀਤੀ ਹੈ, ਜਿਸ ਦਾ ਖੰਡਨ ਕਰਦੇ ਹੋਏ ਰਹਾਉ ਦੀ ਪੰਕਤੀ ਵਿੱਚ, ਜਿਸ ਵਿੱਚ ਕਿ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਉਸ ਵਿੱਚ ਸਮਝਾ ਦਿੱਤਾ ਹੈ ਕਿ ਏਕ ਧਿਆਵੋ ਮੂੜ ਮਨਾ, ਪਾਰ ਉਤਰ ਜਾਹੇ ਇੱਕ ਖਿਨਾ ਰਹਾਓ। हे ਮੂਰਖ ਮਨ, ਇੱਕ ਪਰਮਾਤਮਾ ਨੂੰ ਸਿਮਰ, ਕਿਉਂਕਿ ਸਿਮਰਨ ਦੀ ਬਰਕਤ ਨਾਲ ਹੀ ਇੱਕ ਪਲ ਵਿੱਚ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਇੱਕ ਨਾਲ ਜੁੜੇਗਾ ਤਾਂ ਹੀ ਪਾਰ ਉਤਾਰਾ ਹੈ। ਜਦੋਂ ਤੱਕ ਤੂੰ ਦੁਵਿਧਾਵਾਂ ਵਿੱਚ ਹੈ, ਭਟਕਨਾਵਾਂ ਵਿੱਚ ਹੈ, ਇੱਕ ਨੂੰ ਛੱਡ ਕੇ ਹੋਰ ਪਾਸੇ ਜਾ ਰਿਹਾ ਹੈ, ਤੇ ਕਿਤੇ ਵੀ ਤੇਰਾ ਪਾਰ ਉਤਾਰਾ ਨਹੀਂ ਹੈ। ਇੱਕ ਨੂੰ ਛੱਡ ਕੇ ਬਹੁਤ ਸਾਰੇ ਕਰਮ ਕਾਂਡ ਦੇ ਖਿਲਾਰੇ ਪਏ ਹੋਏ ਨੇ। ਹੋਣਾ ਤਾਂ ਕੀ ਚਾਹੀਦਾ ਸੀ? ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਇੱਕ ਨੂੰ ਫੋਕਸ ਕਰਨਾ ਚਾਹੀਦਾ ਸੀ, ਪਰ ਅਸੀਂ ਕਿਸ ਪਾਸੇ ਲੱਗ ਗਏ? ਇੱਥੇ ਵੀ ਇਹੀ ਗੱਲ ਗੁਰੂ ਪਾਤਸ਼ਾਹ ਦੱਸ ਰਹੇ ਹਨ ਪਹਿਲੇ ਹੀ ਬੰਦ ਵਿੱਚ, ਜਿਸ ਵਿੱਚੋਂ ਸਵਾਲ ਹੈ, ਮਨ ਨਿਰਮਲ ਨਹੀਂ 10ਵੇਂ ਦਵਾਰ। ਉਸ ਵਿੱਚ ਵੀ ਭੇਖ ਤੋਂ ਸਮਝਾਉਣ ਦੀ ਸ਼ੁਰੂਆਤ ਕਰ ਰਹੇ ਹਨ ਕਿ ਵਸਤਰ ਉਤਾਰ ਦਿਗੰਬਰ ਹੋ। ਦਿਗੰਬਰ ਤੋਂ ਭਾਵ ਹੈ ਨਾਂਗਾ ਸਾਧੂ, ਤੇ ਵਸਤਰ ਉਤਾਰ ਤੋਂ ਕੱਪੜੇ ਲਾ ਕੇ, ਜਿਹੜਾ ਵਸਤਰ ਉਤਾਰ ਕੇ ਕੱਪੜੇ ਲਾ ਕੇ ਨਾਂਗਾ ਸਾਧੂ ਬਣ ਕੇ ਤੁਰਿਆ ਫਿਰਦਾ ਹੈ ਤੇ ਕਹਿੰਦਾ ਹੈ ਮੈਂ ਕੱਪੜਿਆਂ ਦਾ ਤਿਆਗ ਕਰ ਦਿੱਤਾ ਹੈ, ਮੇਰੇ ਤੋਂ ਵੱਡਾ ਹੋਰ ਕਿਹੜਾ ਹੋਵੇਗਾ ਜਿਹੜਾ ਸਰੀਰ ਨੂੰ ਵੀ ਨਹੀਂ ਢਕਦਾ। ਦਿਗੰਬਰ ਸਾਧੂਆਂ ਨੂੰ ਸਭ ਤੋਂ ਵੱਡੇ ਗਿਣਿਆ ਜਾਂਦਾ ਹੈ। ਜੋਗੀਆਂ ਵਿੱਚ, ਸਾਧੂਆਂ ਵਿੱਚ ਇੱਕ ਸੈਕਟਰ ਕੰਮ ਕਰਦਾ ਹੈ ਜਿਸ ਵਿੱਚ ਨਾਂਗਾ ਸਾਧੂ ਸਭ ਤੋਂ ਵੱਡਾ ਗਿਣਿਆ ਜਾਂਦਾ ਹੈ, ਪਰ ਉਸਦਾ ਵੀ ਇਹ ਕਰਮ ਵਿਅਰਥ ਕਰਮ ਹੈ। ਦੂਸਰਾ ਕਰਮ ਜਿਸ ਦੀ ਗੱਲ ਕਰ ਰਹੇ ਹਨ ਉਹ ਹੈ ਜਟਾਧਾਰ ਕਿਆ ਕਮਾਵੇ ਜੋਗ। ਇੱਕ ਨੇ ਕੱਪੜੇ ਨਹੀਂ ਪਾਏ ਤੇ ਦੂਜੇ ਨੇ ਜਿਹੜੇ ਕੇਸਾਂ ਨੂੰ ਨਹੀਂ ਸਵਾਰਦੇ ਤੇ ਰਿਸ਼ੀ ਮੁਨੀ ਬਣੇ ਫਿਰਦੇ ਨੇ, ਜਿਹੜੇ ਕੇਸਾਂ ਵਿੱਚ ਕੰਘਾ ਜਾਂ ਕੰਘੀ ਨਹੀਂ ਫੇਰਦੇ ਤੇ ਨਾ ਧੋਂਦੇ ਹਨ, ਜਿਸ ਨਾਲ ਕੇਸਾਂ ਦੀਆਂ ਜਟਾਵਾਂ ਬਣ ਜਾਂਦੀਆਂ ਹਨ। ਇਹ ਕਿਸ ਲਈ ਕਰਦੇ ਹਨ? ਪਰਮਾਤਮਾ ਨਾਲ ਮੇਲ ਲਈ। ਸਰੀਰ ਮਾਲਕ ਨੇ ਦਿੱਤਾ ਹੈ ਤੇ ਕੀ ਉਸ ਦੇ ਬਖਸ਼ੇ ਸਰੀਰ ਦੀ ਸੇਵਾ ਸੰਭਾਲ ਸਫਾਈ ਕਿਸੇ ਹੋਰ ਨੇ ਕਰਨੀ ਹੈ? ਇਹ ਕਿਹੜੀ ਧਰਮ ਦੀ ਵਿਦਿਆ ਹੈ? ਕਿਆ ਕਮਾਵੇਂ ਜੋਗ, ਕਿਹੜਾ ਮਿਲਾਪ ਤੂੰ ਕਰ ਲੈਣਾ ਹੈ? ਰੱਬ ਨਾਲ ਜੋਗ ਨਹੀਂ ਹੋਣਾ, ਮਿਲਾਪ ਨਹੀਂ ਹੋਣਾ। ਕਿਉਂ? ਅਗਲਾ ਕਰਮ ਵੀ ਦੱਸ ਰਹੇ ਹਨ, ਮਨ ਨਿਰਮਲ ਨਹੀਂ 10ਵੇਂ ਦਵਾਰ। ਮਨ ਤਾਂ ਨਿਰਮਲ ਨਹੀਂ, ਕਪਟੀ ਹੈ, ਤੇ ਤੂੰ ਗੱਲ 10ਵੇਂ ਦਵਾਰ ਦੀ ਕਰਦਾ ਪਿਆ ਹੈ ਕਿ ਮੈਂ ਤਾਂ 10ਵੇਂ ਦਵਾਰ ਤੇ ਪਹੁੰਚਿਆ ਹੋਇਆ ਹਾਂ, ਮੇਰੀ ਸੁਰਤ ਉੱਥੇ ਟਿਕਦੀ ਹੈ। ਮਨ ਤੇ ਤੇਰਾ ਖੋਟਾ ਹੈ, ਅੰਦਰੋਂ ਮੈਲ ਭਰੀ ਹੋਈ ਹੈ, ਕਾਲਕ ਭਰੀ ਹੋਈ ਹੈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਪਰ ਪ੍ਰਾਣਾਯਾਮ ਕਰਦੇ ਹਨ, श्वास ਅੰਦਰ ਬਾਹਰ ਕਰਨਾ, श्वास ਰੋਕ ਕੇ ਰੱਖਣਾ, ਆਪਣੀ ਉਮਰ ਵਧਾਉਣ ਲਈ। ਇਹ ਵੀ ਇੱਕ ਕਰਮ ਹੀ ਹੈ ਪਰਮਾਤਮਾ ਦੀ ਪ੍ਰਾਪਤੀ ਲਈ। ਪਰ ਹੁੰਦਾ ਕੀ ਹੈ? ਇਹਨਾਂ ਕਰਮ ਕਾਂਡਾਂ ਨਾਲ ਮਨ ਤਾਂ ਪਵਿੱਤਰ ਨਹੀਂ ਹੁੰਦਾ। ਭ੍ਰਮ ਆਵੇ ਮੂੜਾ ਵਾਰੋ ਵਾਰ। ਇੱਥੇ ਭ੍ਰਮ ਤੋਂ ਭਾਵ ਹੈ ਭਟਕ ਕੇ। ਮੂਰਖ ਮਨ ਭ੍ਰਮ ਕੇ ਭਟਕ ਕੇ ਮੁੜ ਕੇ ਜਨਮ ਲੈਂਦਾ ਹੈ। ਇੱਥੇ ਪੁਨਰ ਜਨਮ ਦੀ ਗੱਲ ਨਹੀਂ ਕੀਤੀ ਜਾ ਰਹੀ ਹੈ, ਮਨ ਦੀ ਭਟਕਣਾ ਦੀ ਗੱਲ ਹੈ। ਇਹ ਇੱਕ ਨਾਲ ਨਹੀਂ ਜੁੜ ਪਾਇਆ, ਜਾਂ ਤਾਂ ਲੋਕਾਂ ਨੂੰ ਧਰਮ ਦੀਆਂ ਗੱਲਾਂ ਦੱਸਣ ਵਿੱਚ ਲੱਗਾ ਹੈ ਜਾਂ ਹੋਰ ਕੁਝ ਕਰਮ ਕਾਂਡ ਕਰਦਾ ਪਿਆ ਹੈ। ਦੂਸਰੇ ਪਦੇ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕਿਹੜੇ ਕਰਮ ਅਸੀਂ ਕਰਦੇ ਹਾਂ ਉਹਨਾਂ ਦੀ ਹੀ ਗੱਲ ਕਰਦੇ ਹਨ। ਸਿਮਰਤ ਸ਼ਾਸਤਰ ਕਰੇ ਵਖਿਆਨ। ਪੰਡਤ ਲੋਕ ਕੀ ਕਰਦੇ ਹਨ? ਹੋਰਨਾਂ ਨੂੰ ਸਿਮਰਤੀਆਂ ਤੇ ਸ਼ਾਸਤਰ ਪੜ੍ਹ ਕੇ ਸੁਣਾਉਂਦੇ ਹਨ, ਤੇ ਜੋਗੀ ਕੀ ਕਰਦੇ ਹਨ? ਨਾਦੀ ਬੇਦੀ ਪੜ੍ਹੇ ਪੁਰਾਣ। ਇਹ ਕਰਮ ਕਰਨ ਨਾਲ ਪੁੰਨ ਪ੍ਰਾਪਤ ਹੋਣਾ ਹੈ, ਇਸ ਨਾਲ ਪਾਪ ਲੱਗੇਗਾ। ਇਹੋ ਕਹਾਣੀਆਂ ਹੀ ਪਾਉਂਦੇ ਨੇ। ਜ਼ਿੰਦਗੀ ਕਿਹੋ ਜਿਹੀ ਜਿਉਣੀ ਹੈ ਇਹ ਗੱਲ ਤੇ ਕਰਦੇ ਹੀ ਨਹੀਂ।
रागी नादी बेदी बहु भांत कर, नहीं हर हर पीजै राम राजे। कोई जोगी ऐसे ਹਨ जो नाद बजाते हैं, कोई बेदी ਹਨ वेद पढ़ते हैं, ते कोई पुराण आदि पुस्तकां पढ़ रहे हैं। ਕਰਮ ਤਾਂ ਇਹੋ ਜਿਹੇ ਚੰਗੇ ਹੀ ਕਰਦੇ ਪਏ ਹਨ, ਪਰ ਇਹ ਮਨ ਤੋਂ ਨਹੀਂ ਜੁੜੇ ਹਨ। ਤੇ ਫਿਰ ਇਹ ਕਰਮ ਕੀ ਹੋ ਗਏ? ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ, ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੀ। ਤੇਰੀਆਂ ਨਜ਼ਰਾਂ ਵਿੱਚ ਤੇ ਪਾਖੰਡ ਵੜਿਆ ਪਿਆ ਹੈ, ਚਲਾਕੀ ਵਾਲੀਆਂ ਨਿਗਾਹ ਨਾਲ ਦੇਖਦਾ ਹੈ। ਜਦੋਂ ਬੋਲਦਾ ਹੈ ਤੇ ਮਾੜਾ ਜਿਹਾ ਅੱਖ ਚੁੱਕ ਕੇ ਵੇਖਦਾ ਹੈ ਕਿ ਕਿੰਨੇ ਕੁ ਕਾਬੂ ਵਿੱਚ ਆ ਗਏ ਨੇ। ਮਨ ਕਪਟ ਕਮਾਏ, ਜੇ ਮਨ ਵਿੱਚ ਕਪਟ ਹੈ, ਮੁਖ ਮੈਂ ਰਾਮ ਬਗਲ ਮੈਂ ਛੁਰੀ ਵਾਲੀ ਗੱਲ ਹੋ ਗਈ। ਮਨ ਦੇ ਵਿਚਾਰ ਨਾ ਬਦਲੇ ਤੇ ਸਾਰੇ ਕੀਤੇ ਕਰਮ ਪਾਖੰਡ ਹੀ ਹਨ। ਤੇ ਕੀ ਇਹਨਾਂ ਪਾਖੰਡਾਂ ਰਾਹੀਂ ਅੰਦਰ ਵਸਦੇ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ? ਤਿਨ ਕੈ ਰਮਈਆ ਨੇੜ ਨਹੀਂ, ਰੱਬ ਉਹਨਾਂ ਦੇ ਨੇੜੇ ਵੀ ਨਹੀਂ। ਪਰਮਾਤਮਾ ਜੋ ਹਰ ਜਗ੍ਹਾ ਤੇ ਹੈ, ਪਰ ਜੋ ਜੇ ਸੋਚ ਵਿੱਚ ਨਹੀਂ ਹੈ ਤੇ ਉਸਦੇ ਗੁਣਾਂ ਨਾਲ ਸਾਂਝ ਕਿਵੇਂ ਪਵੇਗੀ? ਤਿਨ ਕੇ ਰਮਈਆ ਨੇੜ ਨਹੀਂ। ਅਗਲੀਆਂ ਪੰਕਤੀਆਂ ਵਿੱਚ ਇਹੋ ਜਿਹੇ ਹੋਰ ਕਰਮ ਕਾਂਡਾਂ ਦੀ ਗੱਲ ਹੈ, ਜੇ ਕੋ ਐਸਾ ਸੰਜਮੀ ਹੋਏ, ਸੰਜਮੀ ਤੋਂ ਭਾਵ ਹੈ ਜਿਸਨੇ ਆਪਣੀਆਂ ਇੰਦਰੀਆਂ ਤੇ ਤਾਂ ਕਾਬੂ ਪਾ ਲਿਆ ਹੈ, ਕੋਈ ਖਾਸ ਕਿਰਿਆਵਾਂ ਰਾਹੀਂ ਪਰਮਾਤਮਾ ਦੀ ਪੂਜਾ ਵੀ ਕਰਦਾ ਹੈ। ਕੋਈ ਖਾਸ ਤਰ੍ਹਾਂ ਦੀ ਮਰਿਆਦਾ ਨਿਭਾਉਣ ਦੀ ਲੋੜ ਨਹੀਂ ਹੈ, ਆਪਣੇ ਅੰਦਰ ਨੂੰ ਹੀ ਸਵਾਰਨ ਦੀ ਲੋੜ ਹੈ। ਪਰ ਜਿਸ ਦੇ ਅੰਦਰ ਲੋਭ ਹੈ, ਜੇ ਉਸਦਾ ਮਨ ਮਾਇਆ ਦੇ ਮੋਹ ਵਿੱਚ ਹੀ ਫਸਿਆ ਪਿਆ ਹੈ, ਤੇ ਅਜੇ ਬੰਦੇ ਵੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿਨ ਮੁਖ ਹੋਰ ਮਨ ਹੋਰ ਤੇ ਕਾਂਡੇ ਕੱਚਿਆ, ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ ਹੈ। क्रिया विषेक पूजा करे, अंतर लोभ मन बिख्या माहे, ओए निरंजन कैसे पाहे। चौथे बंद विच कीता हुआ करे क्या होए, जिसनु आप चलाए सोए। ਇਹ ਉਸਦੀ ਨਿਯਮਾਵਲੀ ਹੈ, ਜੋ ਜਿਹੋ ਜਿਹੀ ਜ਼ਿੰਦਗੀ ਜੀ ਰਿਹਾ ਹੈ, ਉਹ ਜਿਹਾ ਵਰਤਾਰਾ ਉਹਦੇ ਨਾਲ ਸਮਾਜ ਵਿੱਚ ਜੀਵਨ ਵਿੱਚ ਵਾਪਰੇਗਾ। ਇਹ ਮਾਲਕ ਦਾ ਹੁਕਮ ਹੈ। ਨਦਰ ਕਰੇ ਤਾਂ ਭਰਮ ਚੁਕਾਏ, ਹੁਕਮੈ ਬੁਝੇ ਤਾਂ ਸਾਚਾ ਪਾਏ। ਲੋੜ ਸੀ ਉਸਦੀ ਬਖਸ਼ਿਸ਼ ਦੇ ਪਾਤਰ ਬਣਨ ਦੀ, ਹੁਕਮ ਦੀ ਸਮਝ ਆਂਦੀ, ਹੁਕਮ ਸਮਝ ਆ ਜਾਂਦਾ ਤੇ ਹੁਕਮੈ ਬੂਝੇ ਤਾਂ ਦਰ ਸੂਝੇ। ਗਿਆਨ ਵੀ ਹੋਣਾ ਕਥ ਕਥ ਲੂਝੈ। ਅਗਲੀ ਪੰਕਤੀ ਵਿੱਚ ਵੀ ਇਹੀ ਗੱਲ ਹੈ, ਜਿਸ ਜਿਉ ਅੰਤਰ ਮੈਲਾ ਹੋਏ, ਤੀਰਥ ਭਵੈ ਦਿਸੰਤਰ ਲੋਏ। ਨਾਨਕ ਮਿਲਿਐ ਸਤਿਗੁਰ ਸੰਗ, ਤਉ ਭਉਜਲ ਕੇ ਟੂਟਸ ਬੰਦ। ਹੁਕਮ ਦੀ ਪਹਿਚਾਨ ਹੁੰਦੀ ਤਾਂ ਹਉਮੈ ਰਹਿਣੀ ਨਹੀਂ ਸੀ। ਜੇ ਅੰਦਰ ਮੈਲਾ ਹੈ ਤੇ ਫਿਰ ਤੀਰਥਾਂ ਤੇ ਭਟਕਦਾ ਪਿਆ ਹੈ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢ ਨਹਾਵੇ। ਜਿਸ ਮਨੁੱਖ ਦਾ ਅੰਦਰਲਾ ਆਤਮ ਵਿਕਾਰਾਂ ਨਾਲ ਮੈਲਾ ਹੋ ਜਾਂਦਾ ਹੈ, ਉਹ ਜੇ ਤੀਰਥਾਂ ਤੇ ਵੀ ਜਾਂਦਾ ਹੈ ਤਾਂ ਵੀ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ ਹਨ, ਉਹ ਤਾਂ ਰੱਬ ਦੇ ਮਿਲਾਪ ਨਾਲ ਹੀ ਟੁੱਟਨੇ ਹਨ। ਸੋ ਗੱਲ ਜੋ ਸਮਝਣ ਵਾਲੀ ਹੈ ਕਿ ਜੇ ਮਨ ਨਿਰਮਲ ਨਹੀਂ ਹੈ ਤੇ ਕੀਤੇ ਕਰਮ ਕਾਂਡਾਂ ਨਾਲ ਪਰਮਾਤਮਾ ਦੇ ਨਾਲ ਮਿਲਾਪ ਵਾਲੀ ਅਵਸਥਾ ਬੰਨੀ ਨਹੀਂ ਹੈ। 9 ਦਰਵਾਜ਼ੇ ਤਾਂ ਪ੍ਰਗਟ ਕਰ ਦਿੱਤੇ ਹਨ। ਉਹ ਕਿਹੜੇ ਹਨ? ਅੱਖਾਂ, ਨੱਕ, ਕੰਨ, ਮੂੰਹ, ਤਵਚਾ, ਮਲ ਮੂਤਰ ਦੇ ਦੁਆਰੇ ਆਦਿ। ਪਰ 10ਵਾਂ ਗੁਪਤ ਰਖਾਇਆ, ਜਿਸ ਰਾਹੀਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ। ਉਸਦੀ ਸਮਝ ਲਈ ਪਰਮਾਤਮਾ ਦੀ ਮਿਹਰ ਅਤੇ ਹੁਕਮ ਨੂੰ ਪਛਾਣਨ ਦੀ ਲੋੜ ਹੈ, ਤਾਂ ਹੀ ਸੰਸਾਰ ਤੇ ਆਇਆ ਸਫਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो भैन जी ने पूरा शब्द जिहड़ा है वो संक्षेप ਵਿੱਚ ਐਕਸਪਲੇਨ ਕਰਕੇ ਦੱਸਿਆ। ਸਾਧ ਸੰਗਤ ਜੀ ਬੇਨਤੀ ਕਰਦੇ ਹਾਂ
ਵੀ ਜਿਸ ਵੇਲੇ ਭਗਤੀ ਲਹਿਰ ਚੱਲੀ ਸੀ, ਜਿਨ੍ਹਾਂ 'ਚ ਬੜੇ ਬੜੇ ਮਹਾਂਪੁਰਖ ਹੋਏ, ਉਹਨਾਂ ਕਈਆਂ 'ਚੋਂ ਉਹਨਾਂ 'ਚ ਕੁਝ ਦੀ ਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਵੇਂ ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਫਰੀਦ ਜੀ ਔਰ ਗੁਰੂ ਸਾਹਿਬਾਨ, ਬਾਕੀ ਮਹਾਂਪੁਰਖ। ਇਸ ਭਗਤੀ ਲਹਿਰ ਦਾ ਮੂਲ ਜੋ ਵਿਸ਼ਾ ਸੀ ਜਾਂ ਜਿਹਨਾਂ ਦਾ ਟਾਰਗੇਟ ਸੀ, ਇਹ ਸੀਗਾ ਕਿ ਕਰਮ ਕਾਂਡਾਂ ਵਿੱਚ ਫਸੀ ਲੁਕਾਈ ਨੂੰ ਦੱਸਣਾ ਕਿ ਇਹ ਅਸਲੀ ਜੀਵਨ ਦਾ ਮਾਰਗ ਨਹੀਂ, ਪਰ ਕਰਮ ਕਾਂਡਾਂ ਦਾ ਐਡਾ ਜ਼ਿਆਦਾ ਜਾਲ ਪਸਰਿਆ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ, ਬਾਕੀ ਗੁਰੂ ਸਾਹਿਬਾਨ ਔਰ ਮਹਾਂਪੁਰਖਾਂ ਨੇ ਬੜਿਆਂ ਲੋਕਾਂ ਨੂੰ ਸਿੱਧੇ ਰਸਤੇ 'ਚ ਪਾਇਆ, ਪਰ ਅੱਜ ਦੀ ਤਰੀਕ ਵਿੱਚ ਆਪਾਂ ਦੇਖਦੇ ਹਾਂ ਤਾਂ ਕਰਮ ਕਾਂਡ ਦਾ ਕਾਫੀ ਜ਼ਿਆਦਾ ਜਾਲ ਪਸਰਿਆ ਹੋਇਆ ਹੈ। ਚਲੋ ਦੁਨੀਆ ਕਰ ਰਹੀ ਹੈ, ਠੀਕ ਹੈ, ਪਰ ਘੱਟੋ ਘੱਟ ਜਿਹੜੇ ਗੁਰੂ ਨਾਨਕ ਨਾਮ ਲੈਵਾ ਨੇ ਉਹਨਾਂ ਨੂੰ ਇਹਨਾਂ ਕਰਮ ਕਾਂਡਾਂ ਵਿੱਚ ਯਕੀਨ ਨਹੀਂ ਰੱਖਣਾ ਚਾਹੀਦਾ। ਜੈਸਾ ਕਿ ਭੈਣ ਜੀ ਨੇ ਬਹੁਤ ਸਾਰੀਆਂ ਐਗਜ਼ਾਮਪਲ ਦੇ ਕੇ ਸਾਨੂੰ ਗੁਰਬਾਣੀ 'ਚ ਦੱਸਿਆ। ਤੋ ਕਰਮ ਕਾਂਡ ਨਹੀਂ, ਅਸਲ ਗੱਲ ਤੇ ਹੈ ਕਿ ਮਨ ਨੂੰ ਨਿਰਮਲ ਕਰਨਾ, ਮਨ ਜੀਤੇ ਜਗਜੀਤ ਦੀ ਗੱਲ ਹੈ। ਤੇ ਬਾਹਰੀ ਕਿਰਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਗੁਰੂ ਨਾਨਕ ਮੱਤ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਹੱਤਤਾ ਨਹੀਂ ਦਿੱਤੀ ਗਈ। ਧਿਆਨ ਰੱਖਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ। ਤੋ ਧੰਨਵਾਦ ਭੈਣ ਜੀ, ਇੱਕ ਵਾਰੀ ਫੇਰ ਆਪ ਜੀ ਦਾ। ਤੋ ਸਤ ਸਿੰਘ ਜੀ, ਜਿਹੜਾ ਅਗਲਾ ਸਵਾਲ ਹੈ ਉਹ ਵੀ ਗੁਰਬਾਣੀ ਦੇ ਭਾਵ ਨਾਲ ਰਿਲੇਟਡ। ਜਿਹੜਾ ਅਗਲਾ ਸਵਾਲ ਹੈ ਇਹ ਸਾਨੂੰ ਭੇਜਿਆ ਸਰਦਾਰ ਸੁਰਜੀਤ ਸਿੰਘ ਜੀ ਨੇ। ਗੁਰਬਾਣੀ ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਵੀ ਦਰਜ ਨੇ। ਤੋ ਇੱਕ ਵਾਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 947 ਤੋਂ ਸ਼ੁਰੂ ਹੁੰਦੀ ਹੈ, ਗੁਰੂ ਅਮਰਦਾਸ ਜੀ ਦੀ ਲਿਖੀ ਰਾਮਕਲੀ ਰਾਗ ਵਿੱਚ। ਉਹਦੇ ਜਿਸ ਵੇਲੇ ਸ਼ੁਰੂਆਤ ਵਿੱਚ ਲਿਖਿਆ ਕਿ ਜੋਧੇ ਵੀਰੇ ਪੁਰਬਾਣੀ ਕੀ ਧੁਨੀ ਗਾਵਣੀ, ਤੋ ਪ੍ਰਾਰੰਭ ਹੁੰਦਾ ਸ਼ਬਦ ਕਿ ਸਤਿਗੁਰ ਸਹਿਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਓ। ਤੋ ਸਵਾਲ ਕਰਤਾ ਜਿਹੜਾ ਹੈ ਉਹਨਾਂ ਦਾ ਸਵਾਲ ਇਹ ਹੈ ਕਿ ਇਹ ਜੋਧੇ ਵੀਰੇ ਜਿਹੜੇ ਨੇ ਇਹ ਕੌਣ ਸਨ, ਕਿਉਂਕਿ ਇਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ। ਤੋ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਸ ਬਾਰੇ ਚਾਨਣਾ ਪਾਉਣ। ਵੀਰ ਜਗੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵੀਰ ਜੀ, ਗੁਰਬਾਣੀ ਦਾ ਸ਼ਲੋਕ ਹੈ ਜੀ, ਸਤਿਗੁਰ ਸਹਿਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਓ। ਇਹ ਸ਼ਲੋਕ ਰਾਮਕਲੀ ਕੀ ਵਾਰ ਮਹਿਲਾ ਤੀਜਾ ਜੋਧੇ ਵੀਰੇ ਪੁਰਬਾਣੀ ਕੀ ਧੁਨੀ ਦੀ ਪਹਿਲੀ ਪੌੜੀ ਦਾ ਪਹਿਲਾ ਸ਼ਲੋਕ ਹੈ ਜੀ, ਜੋ ਕਿ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 947 ਅੰਕ ਉੱਪਰ ਦਰਜ ਹੈ। ਜੋਧਾ ਅਤੇ ਵੀਰਾ ਦੋ ਭਰਾ ਸਨ ਜੋ ਪੂਰਵਾਨ ਇੱਕ ਰਾਜਪੂਤ ਦੇ ਪੁੱਤਰ ਸਨ। ਇਹ ਲੱਖੀ ਜੰਗਲ ਵਿੱਚ ਰਹਿੰਦੇ ਸਨ। ਅਕਬਰ ਇਹਨਾਂ ਨੂੰ ਮੁਤੀਹ ਕਰਨਾ ਚਾਹੁੰਦਾ ਸੀ। ਮੁਤੀਹ ਦਾ ਮਤਲਬ ਇਹ ਆਪਣੇ ਅੰਡਰ ਕਰਨਾ ਚਾਹੁੰਦਾ ਸੀ। ਇਹਨਾਂ ਕਿਹਾ ਕਿ ਅਸੀਂ ਅਣਖ ਵਾਲੇ ਰਾਜਪੂਤ ਹਾਂ, ਕੋਈ ਉਹਨਾਂ ਕਮਜ਼ੋਰਾਂ ਵਾਂਗ ਨਹੀਂ ਜੋ ਆਪਣੀਆਂ ਧੀਆਂ ਦੇ ਕੇ ਉਸ ਦੀ ਗੁਲਾਮੀ ਕਰਨਾ ਚਾਹੁੰਦੇ ਹਨ। ਅਕਬਰ ਨੇ ਇਹਨਾਂ ਉੱਤੇ ਚੜ੍ਹਾਈ ਕਰ ਦਿੱਤੀ। ਇਹ ਬਹਾਦਰੀ ਨਾਲ ਕੱਟ ਕੇ ਮਰ ਗਏ। ਢਾਡੀਆਂ ਨੇ ਇਹਨਾਂ ਦੀ ਬਹਾਦਰੀ ਦੀ ਵਾਰ ਬਣਾਈ, ਜਿਸ ਦਾ ਨਮੂਨਾ ਇਸ ਤਰ੍ਹਾਂ ਹੈ। ਜੋਧੇ ਵੀਰ ਪੁਰਬਾਣੀਏ ਦੋ ਗੱਲਾਂ ਕਰਨ ਕਰਾਰੀਆਂ, ਫੌਜਾਂ ਚਾੜੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸੁਤਰੀ ਰਣ ਕਰਾਰੀਆਂ, ਇੰਦਰ ਸਣੇ ਅਪਸਰਾਂ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਇਹ ਸੇਤੋਕਾਂ ਦੀ ਪੰਕਤੀ ਹੈਗੀ ਆ। ਇਸ ਤਰਜ਼ ਤੇ ਇਹ ਵਾਰ ਗਾਈ ਜਾਂਦੀ ਸੀ। ਉਸੇ ਤਰਜ਼ ਦੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਵਾਰ ਰਾਮਕਲੀ ਦੀ ਵਾਰ ਗਾਉਣ ਦੀ ਹਦਾਇਤ ਕੀਤੀ ਹੈ ਜੀ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਜਿਨ੍ਹਾਂ ਵਿੱਚੋਂ 9 ਵਾਰਾਂ ਉੱਤੇ ਗੁਰੂ ਅਰਜਨ ਦੇਵ ਜੀ ਨੇ ਧੁਨੀਆਂ ਚਾੜੀਆਂ ਹਨ। ਵਾਰ ਦਾ ਅਰਥ ਹੁੰਦਾ ਹੈ ਉਹ ਰਚਨਾ, ਉਹ ਕਾਵ ਜਿਸ ਵਿੱਚ ਸੂਰਬੀਰਤਾ ਦਾ ਵਰਣਨ ਹੋਵੇ। ਪੁਰਾਣੇ ਜ਼ਮਾਨੇ ਵਿੱਚ ਵਾਰਾਂ ਆਮ ਹੀ ਗਾਈਆਂ ਜਾਂਦੀਆਂ ਸਨ। ਗੁਰੂ ਸਾਹਿਬ ਜੀ ਨੇ ਵਾਰਾਂ ਰਾਹੀਂ ਪ੍ਰਭੂ ਦੀ ਉਸਤਤ ਕੀਤੀ ਹੈ। ਰਾਮਕਲੀ ਕੀ ਵਾਰ ਮਹਿਲਾ ਤੀਜਾ, ਇਸ ਸ਼ਲੋਕ ਇਸ ਤਰ੍ਹਾਂ ਹੈ। ਸਤਿਗੁਰ ਸਹਿਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਓ, 9 ਬੀਜੇ 9 ਉਗਵੈ ਨਾਮੇ ਰਹੇ ਸਮਾਏ। ਇਹਦਾ ਮਤਲਬ ਹੈ ਸਤਿਗੁਰ ਸਹਿਜ ਦਾ ਖੇਤ ਹੈ ਜਿਸ ਨੂੰ ਲਾਏ ਭਾਓ।
ਸਹਿਜ ਦਾ ਅਰਥ ਹੈ ਚੌਥਾ ਪਦ, ਤੁਰੀ ਅਵਸਥਾ ਜਾਂ ਤੁਰਿਆ ਪਦ ਜਾਂ ਆਨੰਦ ਵੀ ਕਹਿੰਦੇ ਨੇ ਅਸੀਂ ਇਹਨੂੰ। ਖੇਤ ਦਾ ਮਤਲਬ ਪਹਿਲੀ, ਹਿਰਦਾ, ਭਉ ਦਾ ਮਤਲਬ ਪਿਆਰ ਜੀ। ਸਤਿਗੁਰ ਸ਼ਾਂਤੀ ਅਤੇ ਅਡੋਲਤਾ ਦਾ ਖੇਤ ਹੈ, ਭਾਵ ਸਤਿਗੁਰ ਵਿੱਚ ਹਮੇਸ਼ਾ ਆਨੰਦ ਰਹਿੰਦਾ ਹੈ। ਉਹ ਤਿੰਨਾਂ ਗੁਣਾਂ ਤੋਂ, ਰਜੋਗੁਣ, ਤਮੋਗੁਣ, ਸਤੋਗੁਣ ਤੋਂ ਪਰੇ ਹੈ। ਚੌਥੇ ਪਦ ਵਿੱਚ ਗੁਰੂ ਸਾਹਿਬ ਦਾ ਵਾਸਾ ਹੈ। ਪ੍ਰਭੂ ਜਿਸ ਮਨੁੱਖ ਨੂੰ ਗੁਰੂ ਦਾ ਪਿਆਰ ਬਖਸ਼ਦਾ ਹੈ, ਉਹ ਮਨੁੱਖ ਵੀ ਗੁਰੂ ਵਰਗਾ ਹੋ ਜਾਂਦਾ ਹੈ। ਫਿਰ ਉਹ ਆਪਣੇ ਹਿਰਦੇ ਰੂਪੀ ਖੇਤ ਵਿੱਚ ਨੌ ਹੀ ਬੀਜਦਾ ਹੈ ਅਤੇ ਨੌ ਹੀ ਉਗਦਾ ਹੈ, ਭਾਵ ਨਾਮ ਹੀ ਜਪਦਾ ਹੈ, ਪ੍ਰਭੂ ਨੂੰ ਹਰ ਸਮੇਂ ਯਾਦ ਰੱਖਦਾ ਹੈ। ਇਸ ਤਰ੍ਹਾਂ ਉਹ ਮਨੁੱਖ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ। ਅਗਲੀ ਪੰਕਤੀ ਹੈ ਜੀ, ਹਉਮੈ ਇਹੋ ਬੀਜ ਹੈ, ਸਹਸਾ ਗਿਆ ਬੁਲਾਏ, ਨਾ ਕਿਛ ਬੀਜੈ ਨਾ ਉਗਵੈ, ਜੋ ਬਖਸ਼ੈ ਸੋ ਖਾਏ। ਇਹ ਹਉਮੈ ਜੋ ਸਹਿਸਿਆ ਦਾ ਮੂਲ ਹੈ, ਮੁੱਢ ਹੈ, ਉਸ ਮਨੁੱਖ ਵਿੱਚ ਨਹੀਂ ਹੁੰਦੀ। ਇਸ ਤੋਂ ਪੈਦਾ ਹੋਣ ਵਾਲਾ ਸਹਿਸਾ ਵੀ ਉਸ ਮਨੁੱਖ ਦਾ ਦੂਰ ਹੋ ਜਾਂਦਾ ਹੈ। ਮਤਲਬ ਉਸ ਮਨੁੱਖ ਦੇ ਵਿੱਚ ਕੋਈ ਸਹਿਮ ਨਹੀਂ ਰਹਿ ਜਾਂਦਾ। ਉਹ ਨਾ ਕੋਈ ਐਸਾ ਬੀਜ ਬੀਜਦਾ ਹੈ, ਨਾ ਹੀ ਉੱਥੇ ਸਹਿਸਾ ਪੈਦਾ ਹੁੰਦਾ ਹੈ, ਭਾਵ ਕੋਈ ਕਰਮ ਗੁਰਮਤਿ ਤੋਂ ਉਲਟ ਨਹੀਂ ਕਰਦਾ। ਉਹ ਮਨੁੱਖ ਪ੍ਰਭੂ ਦੀ ਬਖਸ਼ਿਸ਼ ਦਾ ਫਲ ਖਾਂਦਾ ਹੈ, ਭਾਵ ਪ੍ਰਭੂ ਦੀ ਰਜ਼ਾ ਵਿੱਚ ਰਹਿੰਦਾ ਹੈ, ਨਾਮ ਸਿਮਰਦਾ ਹੈ ਅਤੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਅਤੇ ਆਪਣਾ ਮਨੁੱਖਾ ਜਨਮ ਸਫਲਾ ਕਰ ਲੈਂਦਾ ਹੈ। ਸੋ ਸਾਨੂੰ ਵੀ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਅਮਲ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ 22 ਚੋਂ 9 ਵਾਰਾਂ ਦੇ ਉੱਪਰ ਜਿਹੜੀਆਂ ਕਿਸ ਧੁਨੀ ਤੇ, ਕਿਉਂਕਿ ਜਿਹੜੀਆਂ ਧੁਨੀਆਂ ਉਸ ਵੇਲੇ ਪ੍ਰਚਲਿਤ ਸਨ, ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਚੀਜ਼ ਪ੍ਰਚਲਿਤ ਹੋਵੇ ਉਹ ਸਾਡੇ ਜ਼ਿਹਨ ਵਿੱਚ, ਮਤਲਬ ਉਸ ਵੇਲੇ ਦੇ ਸਮਕਾਲੀ ਲੋਕਾਂ ਦੇ ਜ਼ਿਹਨ 'ਚ ਹੁੰਦੀ ਹੈ ਤੇ ਉਸ ਨੂੰ ਸਾਹਮਣੇ ਰੱਖ ਕੇ ਚੀਜ਼ ਜਲਦੀ ਸਮਝੀ ਜਾ ਸਕਦੀ ਹੈ। ਤੋ ਐਸਾ ਹੀ ਹੁੰਦਾ, ਜਿਵੇਂ ਅੱਜ ਵੀ ਕੋਈ ਐਗਜ਼ਾਮਪਲ ਦਿੰਦਾ ਤੇ ਅੱਜ ਦੀਆਂ ਜਿਹੜੀਆਂ ਸਾਡੇ ਸਾਹਮਣੇ ਚੀਜ਼ਾਂ ਨੇ ਉਹਨਾਂ 'ਚੋਂ ਐਗਜ਼ਾਮਪਲ ਦਿੱਤੀ ਜਾਂਦੀ ਹੈ। ਔਰ ਪੁਰਾਣਿਆਂ ਸਮਿਆਂ 'ਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਸਨ, ਉਸੇ ਲੈ ਤੇ ਇਹ ਧੁਨੀ ਜਿਹੜੀ ਹੈ ਉਹ ਦੱਸਣ ਦੀ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਬਈ ਇਹਦੇ ਤੇ ਉਚਾਰਨ ਕਰਨਾ, ਇਸ ਧੁਨੀ ਵਿੱਚ ਮੈਨੂੰ ਗਾਇਆ ਜਾਵੇ। ਤੋ ਜਿਨ੍ਹਾਂ ਨੇ ਸਵਾਲ ਕੀਤਾ ਵੀਰ ਸੁਰਜੀਤ ਸਿੰਘ ਜੀ ਨੇ, ਮੈਂ ਆਸ ਰੱਖਦਾ ਕਿ ਉਹਨਾਂ ਨੂੰ ਉਹਦਾ ਉੱਤਰ ਜਿਹੜਾ ਮਿਲ ਗਿਆ ਹੋਵੇਗਾ। ਅਗਰ ਫਿਰ ਵੀ ਕੋਈ ਐਸੀ ਗੱਲ ਹੋਵੇ, ਕਿਉਂਕਿ ਇਹ ਸਵਾਲ ਜਿਹੜੇ ਨੇ ਆਮ ਨਹੀਂ ਗਏ ਤੇ ਇਹਨਾਂ ਦਾ ਉੱਤਰ ਲੱਭਣ ਲਈ ਵੀ ਜਿੱਥੇ ਪੂਰਾ ਸਮਾਂ ਲੱਗਦਾ, ਉੱਥੇ ਇਹ ਹੋ ਸਕਦਾ ਵੀ ਇਹਦੇ ਕੋਈ ਹੋਰ ਵੀ ਗੱਲਾਂ ਹੋਣ। ਤੋ ਉਹਨਾਂ ਨੂੰ ਬੇਨਤੀ ਆ ਵੀ ਅਗਰ ਸਟਿਲ ਅਗਰ ਉਹਨਾਂ ਦੀ ਕੋਈ ਐਸੀ ਡਾਊਟ ਹੈ ਤਾਂ ਉਹ ਕਿਰਪਾ ਕਰਕੇ ਸਾਨੂੰ ਦੁਬਾਰਾ ਸਵਾਲ ਜਿਹੜਾ ਭੇਜ ਸਕਦੇ ਨੇ। ਤੋ ਧੰਨਵਾਦ ਵੀਰ ਜਗੀਰ ਸਿੰਘ ਜੀ ਆਪ ਜੀ ਦਾ। ਤੋ ਸਤ ਸਿੰਘ ਜੀ, ਕਈ ਵਾਰੀ ਕਿਉਂਕਿ ਸੰਗਤਾਂ ਨਾਲ ਜੁੜਦੀਆਂ ਰਹਿੰਦੀਆਂ ਨੇ, ਚੰਗੀ ਗੱਲ ਹੈ, ਤਾਂ ਕਈ ਐਸੇ ਸਵਾਲ ਆ ਜਾਂਦੇ ਨੇ ਜਿਹੜੇ ਪਹਿਲੇ ਆਲਰੇਡੀ ਇਸ ਪਲੇਟਫਾਰਮ ਤੇ ਡਿਸਕਸ ਹੋ ਚੁੱਕੇ ਹੁੰਦੇ ਨੇ। ਤੋ ਇਹੋ ਜਿਹਾ ਇੱਕ ਸਵਾਲ ਸਾਡੇ ਕੋਲ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਕਿਸ ਵਿਧੀ ਨਾਲ ਹੋਇਆ ਸੀ, ਤੇ ਇਹ ਕੁਝ ਸਮਾਂ ਪਹਿਲੇ ਅਸੀਂ ਸਵਾਲ ਜਵਾਬ ਵਿੱਚ ਡਿਸਕਸ ਕਰ ਚੁੱਕੇ ਹਾਂ। ਤੋ ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਨੂੰ ਬੇਨਤੀ ਹੈ ਬਈ ਜਿਹੜਾ ਸਾਡਾ YouTube ਚੈਨਲ ਹੈ ਗੁਰਮਤਿ ਵਿਚਾਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਕਿਰਪਾ ਕਰਕੇ YouTube ਤੇ ਜਾਣ ਤੇ ਸਾਡੀਆਂ ਸਾਰੀਆਂ ਜਿਹੜੀਆਂ ਪਿਛਲੇ ਤਕਰੀਬਨ 16-17 ਮਹੀਨਿਆਂ ਦੀਆਂ ਰਿਕਾਰਡਿੰਗਸ ਨੇ ਉੱਥੇ ਅਵੇਲੇਬਲ ਨੇ। ਤੋ ਕੁਐਸਚਨ ਆਨਸਰ ਕੱਢ ਕੇ ਹੋ ਸਕਦਾ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੰਡੈਕਸ ਬਣਾ ਲਈਏ, ਤਾਂ ਜੇ ਕੋਈ ਜਦ ਵੀ ਕਿਸੇ ਸਵਾਲ ਨੂੰ ਰੈਫਰ ਕਰਨਾ ਹੋਵੇ ਤਾਂ ਅਸੀਂ ਉਸ ਇੰਡੈਕਸ ਦੇ ਮੁਤਾਬਕ ਤਰੀਕ ਵੀ ਦੇ ਸਕੀਏ, ਪਰ ਇਹਨੂੰ ਕੁਝ ਸਮਾਂ ਲੱਗ ਸਕਦਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਈ ਕੋਈ ਸੱਜਣ ਇਹੋ ਜਿਹੇ ਇਸ ਪਾਸੇ ਮਿਹਨਤ ਕਰ। ਤੋ ਉਸ ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਤੋਂ ਖਿਮਾ ਮੰਗੀ ਜਾ ਰਹੀ ਹੈ। ਤੋ ਆਓ ਸਾਧ ਸੰਗਤ ਜੀ ਅਗਲਾ ਸਵਾਲ ਜਿਹੜਾ ਉਹ ਆਪਾਂ ਕਰਦੇ ਹਾਂ। ਅਗਲਾ ਸਵਾਲ ਜਿਹੜਾ ਕਿਸ ਤਰ੍ਹਾਂ ਆਪਾਂ ਬਾਣੀ ਪੜ੍ਹਦੇ ਹਾਂ ਜਾਂ ਵਿਚਾਰਾਂ ਸੁਣਦੇ ਹਾਂ ਤਾਂ ਉਹਦੇ 'ਚ ਅਕਸਰ ਜ਼ਿਕਰ ਆਉਂਦਾ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ। ਤੋ ਸੰਗਤ ਵਿੱਚੋਂ ਇਹ ਇੱਕ ਭੈਣ ਜੀ ਨੇ ਸਵਾਲ ਕੀਤਾ ਸੀਗਾ ਕਿ ਗਿਆਨ ਇੰਦਰੀ ਤੇ ਕਰਮ ਇੰਦਰੀ ਹੁੰਦੇ ਕੀ ਨੇ, ਇਹਨਾਂ ਬਾਰੇ ਸਾਨੂੰ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਭਾਵ ਡਿਟੇਲ ਜਾਣਕਾਰੀ ਦਿੱਤੀ ਜਾਏ। ਤੋ ਅਸੀਂ ਬੇਨਤੀ ਕੀਤੀ ਹੈ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਗਿਆਨ ਇੰਦਰੀ ਤੇ ਕਰਮ ਇੰਦਰੀ ਕੀ ਨੇ, ਇਹਨਾਂ ਦਾ ਸਾਨੂੰ
ਚਾਨਣਾ ਇਸ ਬਾਰੇ ਪਾਉਣ ਜੀ ਵੀਰ ਪ੍ਰਭਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ। ਇਹ ਜੋ ਗਿਆਨ ਇੰਦਰੇ ਤੇ ਕਰਮ ਇੰਦਰੇ ਜਿਨ੍ਹਾਂ ਦਾ ਬਾਰ-ਬਾਰ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਇਹਦੇ ਅਸੀਂ ਇੰਦਰਾ ਸ਼ਬਦ ਜੋ ਹੈ, ਇੰਦਰੇ, ਇਸ ਤੋਂ ਦੋ ਅਰਥ ਕੀਤੇ ਜਾ ਸਕਦੇ ਹਨ, ਜਿਹੜੇ ਕਿ ਇਹਨਾਂ ਦੋਹਾਂ ਸ਼ਬਦਾਂ ਦੇ ਵਿੱਚ ਗਿਆਨ ਇੰਦਰੇ ਤੇ ਕਰਮ ਇੰਦਰੇ ਦੇ ਵਿੱਚ ਸਮਾਏ ਗਏ। ਜਦੋਂ ਅਸੀਂ ਗਿਆਨ ਇੰਦਰੇ ਵਿੱਚ ਇੰਦਰੇ ਕਹਿੰਦੇ ਹਾਂ ਤਾਂ ਇਹਦਾ ਅਰਥ ਇਹ ਹੁੰਦਾ ਹੈ ਕਿ ਉਹ ਜਿਨ੍ਹਾਂ ਰਾਹੀਂ ਅਸੀਂ ਜਾਂ ਸਾਡਾ ਮਨ ਗਿਆਨ ਪ੍ਰਾਪਤ ਕਰਦਾ ਹੈ। ਤੇ ਜਦੋਂ ਅਸੀਂ ਕਰਮ ਇੰਦਰੇ ਕਹਿੰਦੇ ਹਾਂ ਤਾਂ ਇਹ ਉਹ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਜਾਂ ਸਾਡਾ ਮਨ ਆਪਣੇ ਕਰਮ ਕਰਦਾ ਹੈ, ਭਾਵ ਆਪਣੇ ਜੋ ਹੁਕਮ ਹੁੰਦੇ ਹਨ ਮਨ ਦੇ, ਉਹਨਾਂ ਨੂੰ ਕਰਮਾਂ ਦੇ ਵਿੱਚ ਬਦਲਦਾ ਹੈ, ਕਰਮਾਂ ਦੇ ਵਿੱਚ ਮਤਲਬ ਕਹਿ ਲਓ ਹੁਕਮ ਨੂੰ ਅੰਜਾਮ ਦਿੰਦਾ ਹੈ। ਸੋ ਇਹ ਕਰਮ ਇੰਦਰੇ, ਗਿਆਨ ਇੰਦਰੇ ਦੋਵੇਂ ਹੀ ਮਨ ਦੀ ਮਦਦ ਕਰਨ ਵਾਲੇ, ਮਨ ਦੇ ਕੰਮ ਕਰਨ ਵਾਲੇ ਹਥਿਆਰ ਨੇ, ਔਜ਼ਾਰ ਨੇ, ਉਪਕਰਨ ਨੇ, ਟੂਲਸ ਕਹਿ ਲਈਏ, ਇਕਵਿਪਮੈਂਟਸ ਕਹਿ ਲਈਏ, ਸਿਸਟਮਸ ਕਹਿ ਲਈਏ। ਇੱਕ ਮਨ ਨੂੰ ਗਿਆਨ ਪ੍ਰਾਪਤ ਕਰਨ ਦੇ ਉਪਕਰਨ ਹਨ, ਇਹਨਾਂ ਨੂੰ ਗਿਆਨ ਇੰਦਰੇ ਕਹਿ ਦਿੱਤਾ ਗਿਆ, ਤੇ ਦੂਜੇ ਕਰਮ ਦੇ ਉਪਕਰਨ ਹਨ, ਉਹਨਾਂ ਨੂੰ ਕਰਮ ਇੰਦਰੇ ਕਹਿ ਦਿੱਤਾ ਗਿਆ। ਮਨ ਜੋ ਹੈ ਉਹ ਇੱਕ ਸੂਖਮ ਵਸਤੂ ਹੈ ਤੇ ਗਿਆਨ ਵੀ ਇੱਕ ਸੂਖਮ ਵਸਤੂ ਹੈ। ਸੋ ਗਿਆਨ ਜੋ ਪ੍ਰਾਪਤ ਕੀਤਾ ਜਾਣਾ ਹੈ ਉਹ ਵੀ ਸੂਖਮ ਹੀ ਹੁੰਦਾ ਹੈ, ਪਰ ਇਹ ਗਿਆਨ ਜਦੋਂ ਪ੍ਰਾਪਤ ਕੀਤਾ ਜਾਣਾ ਹੈ ਤਾਂ ਸਰੀਰ ਦੇ ਕੁਛ ਨਾ ਕੁਛ ਸਥੂਲ ਅੰਗਾਂ ਰਾਹੀਂ ਹੀ ਮਿਲਣਾ ਹੈ। ਸੋ ਇਹਨਾਂ ਗਿਆਨ ਇੰਦਰੀਆਂ ਦੇ ਵਿੱਚ ਤਾਂ ਅਸਲ ਅਰਥ ਤੇ ਇਹਦਾ ਉਹ ਸੈਂਸਸ ਹੈ ਜੋ ਸੂਖਮ ਅਰਥ ਹੀ ਹੈ, ਪਰ ਸਰੀਰ ਦੇ ਉਹ ਹਿੱਸੇ ਜਿਹੜੇ ਸੂਖਮ ਗਿਆਨ ਨੂੰ ਇਕੱਠੇ ਕਰਕੇ ਮਨ ਤੱਕ ਪਹੁੰਚਾਉਂਦੇ ਹਨ, ਉਹਨਾਂ ਨੂੰ ਅਸੀਂ ਗਿਆਨ ਇੰਦਰੇ ਕਹਿ ਦਿੰਦੇ ਹਾਂ। ਇੱਥੇ ਤੱਕ ਮਨ ਦੇ ਸਾਰੇ ਕੰਮ ਜਿਹੜੇ ਹਨ, ਉਹ ਗਿਆਨ ਪ੍ਰਾਪਤ ਕਰਨਾ, ਯਾਦ ਰੱਖਣਾ, ਉਹ ਇਨਫੋਰਮੇਸ਼ਨ ਜਿਹੜੀ ਆਉਂਦੀ ਉਹਨੂੰ ਐਨਾਲਾਈਜ਼ ਕਰਕੇ ਡਿਸੀਜਨ ਲੈਣਾ, ਨਿਰਣਾ ਕਰਨਾ, ਇਹ ਸਾਰੇ ਹੀ ਸੂਖਮ ਮਾਨਸਿਕ ਕੰਮ ਹਨ। ਤੇ ਜਦੋਂ ਮਨ ਇਸ ਸਾਰੀ ਸੂਚਨਾ ਨੂੰ ਵਰਤ ਕੇ ਕੋਈ ਨਿਰਣਾ ਕਰ ਲੈਂਦਾ ਹੈ ਤਾਂ ਇਹਨੂੰ ਫਿਰ ਉਹਦੇ ਬੇਸ ਤੇ ਜੋ ਨਿਰਣਾ ਹੈ ਉਹਨੂੰ ਲਾਗੂ ਕਰਨਾ ਹੈ। ਇਹ ਕਿਸੇ ਕਰਮ ਦੇ ਰਾਹੀਂ ਹੋਣਾ ਹੈ ਜੋ ਸਥੂਲ ਗੱਲ ਹੈ। ਕਰਮ ਜਿਹੜਾ ਹੈ ਸਥੂਲ ਰੂਪ ਵਿੱਚ ਸਰੀਰ ਰਾਹੀਂ ਕੀਤਾ ਜਾਣਾ ਹੈ, ਤੇ ਇਹਨੂੰ ਕਰਨ ਦੇ ਜਿਹੜੇ ਉਪਕਰਨ ਨੇ ਉਹ ਵੀ ਸਥੂਲ ਹੀ ਹੁੰਦੇ ਹਨ। ਤਾਂ ਉਹ ਹਿੱਸੇ ਸਰੀਰ ਦੇ ਜਿਹੜੇ ਕਿ ਸੂਖਮ ਗਿਆਨ ਪ੍ਰਾਪਤ ਕਰਕੇ ਮਨ ਤੱਕ ਪਹੁੰਚਾਉਂਦੇ ਹਨ, ਫਿਰ ਫੈਸਲਾ ਹੁੰਦਾ ਹੈ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਰਾਹੀਂ ਅਮਲ ਹੁੰਦਾ ਹੈ, ਜਿਨ੍ਹਾਂ ਰਾਹੀਂ ਕਰਮ ਇੰਦਰੇ। ਇਹ ਸਾਰਿਆਂ ਨੂੰ ਮਿਲਾ ਕੇ ਜੋ ਆਮ ਤੌਰ ਤੇ ਅਸੀਂ 10 ਗਿਣਤੀ ਦੱਸਦੇ ਹਾਂ, 5 ਗਿਆਨ ਇੰਦਰੇ ਮੰਨੇ ਗਏ ਹਨ ਤੇ 5 ਕਰਮ ਇੰਦਰੇ ਮੰਨੇ ਗਏ ਹਨ। ਗਿਆਨ ਇੰਦਰੀਆਂ ਵਿੱਚ ਨੱਕ, ਜੀਭ, ਅੱਖਾਂ, ਕੰਨ, ਚਮੜੀ ਆਦਿਕ ਹਨ, ਜੋ ਗੰਧ, ਸਵਾਦ, ਨਜ਼ਰ, ਸੁਣਨ ਤੇ ਛੋਹ, ਇਹਦੇ ਰਾਹੀਂ ਗਿਆਨ ਇਕੱਠਾ ਕਰਕੇ ਮਨ ਤੱਕ ਭੇਜਦੇ ਹਨ। ਤੇ ਜਿਨ੍ਹਾਂ ਰਾਹੀਂ ਸਰੀਰ ਦੀਆਂ ਕਿਰਿਆਵਾਂ ਹੁੰਦੀਆਂ ਹਨ, ਉਹ ਮੂੰਹ ਹੈ ਜਿਹਦੇ ਰਾਹੀਂ ਆਵਾਜ਼, ਹੱਥ ਪੈਰ ਜਿਹਦੇ ਨਾਲ ਹੱਥਾਂ ਨਾਲ ਪੈਰਾਂ ਨਾਲ ਅਸੀਂ ਚੱਲਣਾ ਫਿਰਨਾ ਜਾਂ ਹੋਰ ਕੰਮ ਕਰਦੇ ਹਾਂ, ਮਲ ਦੁਆਰ ਤੇ ਜਨੇਨ ਦੁਆਰ ਹਨ ਜੋ ਪ੍ਰਜਨਨ ਤੇ ਮਲ ਤੋਂ ਮੁਕਤੀ ਦੇ ਸਾਧਨ ਹਨ। ਤੋ ਸਾਖ ਮਤ ਵਿੱਚ ਇਹ 10 ਦੀ ਥਾਂ ਤੇ 11 ਇੰਦਰੀਆਂ ਮੰਨੀਆਂ ਗਈਆਂ ਹਨ। ਉਹਨਾਂ ਨੇ 11ਵੀਂ ਇੰਦਰੀ ਮਨ ਮੰਨ ਲਈ ਹੈ, ਜੋ ਅਸਲ ਦੇ ਵਿੱਚ ਇਹਨਾਂ ਸਾਰਿਆਂ ਦਾ ਰਾਜਾ ਹੀ ਇੰਦਰੀ ਹੈ। ਉਹਨੂੰ ਵੀ ਉਹ ਇੰਦਰੀਆਂ ਦੇ ਵਿੱਚ ਹੀ ਗਿਣਦੇ ਹਨ ਤੇ ਮੁੱਖ ਇੰਦਰੀ ਗਿਣਦੇ ਹਨ। ਇਹਨੂੰ ਮਨ ਵੀ ਕਿਹਾ ਜਾਂਦਾ ਹੈ, ਮਨਸ ਵੀ ਕਿਹਾ ਜਾਂਦਾ ਹੈ, ਅੰਤःਕਰਨ ਵੀ ਕਿਹਾ ਜਾਂਦਾ ਹੈ। ਤੋ ਇਸ ਤਰ੍ਹਾਂ ਇਹ ਸਾਰੀ ਚੀਜ਼ ਨੂੰ ਅਗਰ ਗੌਰ ਨਾਲ ਦੇਖੀਏ ਤਾਂ ਅਸਲ ਦੇ ਵਿੱਚ ਇਹ ਸਾਰੀਆਂ 10 ਦੀਆਂ 10 ਇੰਦਰੀਆਂ ਜਿਹੜੀਆਂ ਹਨ, ਇਹ ਮਨ ਦੇ ਹੀ ਔਜ਼ਾਰ, ਹਥਿਆਰ ਜਾਂ ਉਪਕਰਨ ਹਨ, ਤੇ ਮਨ ਦੇ ਦੋਵੇਂ ਕੰਮ ਗਿਆਨ ਲੈਣਾ ਤੇ ਕਰਮ ਕਰਨ ਦੇ ਸਾਧਨ ਹਨ। ਤੋ ਸਾਡੇ ਜੀਵਨ ਦੇ ਵਿੱਚ, ਖਾਸ ਕਰਕੇ ਧਾਰਮਿਕ ਜੀਵਨ ਵਿੱਚ, ਸਾਡਾ ਮੁੱਖ ਸਰੋਕਾਰ ਮਨ ਦੇ ਨਾਲ ਹੀ ਹੁੰਦਾ ਹੈ। ਮਨ ਦੇ ਸਹਾਰੇ ਹੀ ਸਾਡਾ ਜੀਵਨ ਜਿਹੜਾ ਹੈ ਉਹ ਚੰਗਾ ਜਾਂ ਮਾੜਾ, ਤੇ ਧਰਮ ਦਾ ਮਨੋਰਥ ਜੀਵਨ ਨੂੰ ਚੰਗਾ ਬਣਾਉਣਾ ਹੈ, ਤਾਂ ਧਰਮ ਦਾ ਮੁੱਖ ਸਰੋਕਾਰ ਜਿਹੜਾ ਹੈ ਉਹ ਮਨ ਨੂੰ ਸਾਧ ਕੇ ਚੰਗਾ ਬਣਾਉਣ ਦਾ ਹੀ ਹੁੰਦਾ ਹੈ। ਸੋ ਇਸ ਭਾਵਨਾ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਸਾਨੂੰ ਪ੍ਰਚਲਿਤ ਗਿਆਨ ਦੀ ਵਰਤੋਂ ਕਰਕੇ ਇਹ ਸਾਰਾ ਕੁਝ ਇੰਦਰੀਆਂ ਦੇ ਜ਼ਿਕਰ ਦੇ ਕਾਰਜ ਰਾਹੀਂ ਸਮਝਾਇਆ ਜਾਂਦਾ ਹੈ। ਤੋ ਜਦੋਂ ਇੰਦਰੀਆਂ ਦਾ ਜ਼ਿਕਰ ਕਰਕੇ ਵੀ ਸਮਝਾਇਆ ਜਾਂਦਾ ਹੈ ਤਾਂ ਮਨੋਰਥ ਅਸਲ ਵਿੱਚ ਮਨ ਨੂੰ ਸਾਧਨ ਦਾ ਹੀ ਹੁੰਦਾ ਹੈ, ਕਿਉਂਕਿ ਇੰਦਰੀਆਂ ਮਨ ਦੇ ਅਧੀਨ ਹੀ ਹਨ।
ਤੋ ਇਹ ਗਿਆਨ ਇੰਦਰੇ ਤੇ ਕਰਮ ਇੰਦਰੇ ਦੀ ਜਿਹੜੀ ਵੰਡ ਹੈ, ਇਹ ਵੀ ਕੋਈ ਵਾਟਰ ਟਾਈਟ ਵੰਡ ਨਹੀਂ ਹੈ, ਕਿਉਂਕਿ ਨਜ਼ਰ ਨੂੰ ਗਿਆਨ ਦਾ ਇੰਦਰਾ ਮੰਨਿਆ ਗਿਆ ਹੈ। ਪਰ ਜਦੋਂ ਮਨੁੱਖ ਆਪਣੀ ਮੈਲੀ ਨਜ਼ਰ ਨਾਲ ਕਿਸੇ ਨੂੰ ਦੇਖਦਾ ਹੈ ਤਾਂ ਇਹੀ ਜੋ ਨਜ਼ਰ ਹੈ ਇਹ ਕਰਮ ਇੰਦਰਾ ਬਣ ਜਾਂਦੀ ਹੈ। ਦੂਜੀ ਉਦਾਹਰਣ ਅਸੀਂ ਭਾਈ ਕਨਈਆ ਜੀ ਦੀ ਸਾਖੀ ਵਿੱਚੋਂ ਲੈ ਸਕਦੇ ਹਾਂ, ਜਿਨ੍ਹਾਂ ਨੇ ਕਿਹਾ ਸੀ ਕਿ ਮੇਰੀ ਨਜ਼ਰ ਦੇ ਵਿੱਚ ਤਾਂ ਹਰ ਵਿਅਕਤੀ ਦੇ ਵਿੱਚੋਂ ਮੈਨੂੰ ਤੇ ਸੱਚੇ ਪਾਤਸ਼ਾਹ ਤੁਹਾਡੇ ਹੀ ਦਰਸ਼ਨ ਹੋ ਰਹੇ ਹਨ। ਤੇ ਉਹ ਇੱਕ ਦੂਜੀ ਉਦਾਹਰਣ ਹੈ ਕਿ ਕਰਮ ਜੋ ਹੈ ਨਜ਼ਰ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਉਹ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਸੋ ਇਹ ਵੰਡ ਜਿਹੜੀ ਹੈ ਇਹ ਸਿਰਫ ਸਾਡੇ ਸਮਝਣ ਦੀ ਖਾਤਰ ਬਣਾਈ ਗਈ ਹੈ, ਇਹਦੀ ਜ਼ਿਆਦਾ ਉਲਝਣ ਵਿੱਚ ਨਹੀਂ ਪੈਣਾ ਚਾਹੀਦਾ। ਅਸਲ ਸਾਡਾ ਮਨੋਰਥ ਜਿਹੜਾ ਹੈ ਆਪਣੇ ਜੀਵਨ ਨੂੰ ਸਾਧ ਕੇ ਚੰਗਾ ਬਣਾਉਣਾ ਹੈ। ਤੇ ਜਦੋਂ ਅਸੀਂ ਇੰਦਰੀਆਂ ਨੂੰ ਕਾਬੂ ਕਰਨ ਲਈ, ਆਪਣੇ ਅਧੀਨ ਕਰਨ ਲਈ ਜਾਂ ਸਾਧ ਕੇ ਰੱਖਣ ਲਈ ਚੰਗੀਆਂ ਬਣਾਉਣ ਦੀ ਗੱਲ ਕਰਦੇ ਹਾਂ, ਸ਼ੁੱਧ ਕਰਨ ਦੀ ਗੱਲ ਕਰਦੇ ਹਾਂ, ਇਹ ਅਸਲ ਦੇ ਵਿੱਚ ਤਾਂ ਇਹ ਮਨ ਨੂੰ ਕਾਬੂ ਕਰਨ ਦੀ ਗੱਲ ਹੈ। ਸਿਰਫ ਇਹ ਜ਼ਿਕਰ ਇਸ ਕਰਕੇ ਕੀਤਾ ਜਾਂਦਾ ਹੈ ਕਿ ਮਨ ਆਪਣੇ ਆਪ 'ਚ ਸੂਖਮ ਵਸਤੂ ਹੈ ਤੇ ਇਹ ਸਾਰੇ ਇੰਦਰੇ ਜਿਹੜੇ ਹਨ ਇਹ ਸਥੂਲ ਵਸਤੂਆਂ, ਜਿਹੜੀ ਗੱਲ ਸਾਨੂੰ ਛੇਤੀ ਸਮਝ ਜਾਂਦੀ ਹੈ। ਪਰ ਮਕਸਦ ਉੱਥੇ ਮਨ ਨੂੰ ਸਾਧਨ ਦਾ, ਮਨ ਨੂੰ ਆਪਣੇ ਹੁਕਮ ਦੇ ਵਿੱਚ ਕਰਨ ਦਾ ਤੇ ਮਨ ਨੂੰ ਚੰਗੇ ਬਣਾਉਣ ਦਾ ਹੈ, ਚੰਗੇ ਕਰਮ ਤਾਂ ਕਿ ਸਾਡੇ ਸਰੀਰ ਵੱਲੋਂ ਕੀਤੇ ਜਾਣ। ਤੋ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਜੋ ਕਰਮ ਇੰਦਰੇ ਤੇ ਗਿਆਨ ਇੰਦਰੇ ਜੋ ਹਨ ਉਹ ਅਸਲ ਦੇ ਵਿੱਚ ਮਨ ਦੇ ਸਾਧਨ ਹਨ। ਅਸੀਂ ਕਿਸੇ ਵੀ ਕਰਮ ਇੰਦਰੇ, ਗਿਆਨ ਇੰਦਰੇ ਨੂੰ ਵੱਖਰੇ ਵੱਖਰੇ ਤੌਰ ਦੇ ਉੱਤੇ ਕੰਟਰੋਲ ਕਰਕੇ ਪਵਿੱਤਰ ਨਹੀਂ ਬਣਾ ਸਕਦੇ। ਪਵਿੱਤਰ ਬਣਾਉਣ ਲਈ ਅਸੀਂ ਮਨ ਦੇ ਪੱਧਰ ਤੱਕ ਹੀ ਪਹੁੰਚਣਾ ਹੈ। ਤਾਂ ਜਦੋਂ ਵੀ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀ ਗੱਲ ਹੁੰਦੀ ਹੈ, ਅਸਲ ਦੇ ਵਿੱਚ ਮਨ ਤੱਕ ਪਹੁੰਚਣ ਦੀ ਹੀ ਗੱਲ ਹੁੰਦੀ ਹੈ। ਤਾਂ ਸਾਡਾ ਧਿਆਨ ਉਸੇ ਪੱਧਰ ਉੱਤੇ ਹੀ ਹੋਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸੁੰਦਰ ਤਰੀਕੇ ਨਾਲ ਵੀਰ ਜੀ ਨੇ ਸਾਨੂੰ ਗਿਆਨ ਇੰਦਰੇ ਤੇ ਜਿਹੜੇ ਕਿ ਸਾਨੂੰ ਫੀਡਬੈਕ ਦਿੰਦੇ ਨੇ, ਔਰ ਮਨ ਨੂੰ, ਤੇ ਕਰਮ ਇੰਦਰੇ ਜਿਹੜੇ ਕਿ ਮੁੜ ਕੇ ਉਹਨੂੰ ਐਗਜ਼ੀਕਿਊਟ ਕਰਦੇ ਨੇ, ਬੜੇ ਅੱਛੇ ਤਰੀਕੇ ਨਾਲ ਦੱਸਿਆ ਹੈ। ਤੋ ਸਾਧ ਸੰਗਤ ਜੀ, ਗੱਲ ਇਹ ਹੈ ਕਿ ਜਿਵੇਂ ਵੀਰ ਜੀ ਨੇ ਵੀ ਦੱਸਿਆ ਵੀ ਗੱਲ ਤੇ ਸਾਰੀ ਮਨ ਦੀ ਹੈ, ਕਿਉਂਕਿ ਸਾਡੀ ਸਾਰਾ ਜੀਵਨ ਜਿਹੜਾ ਹੈ ਉਹਨੂੰ ਕੰਟਰੋਲ ਕਰਨ ਵਾਲਾ ਸਾਡਾ ਮਨ ਹੀ, ਮਨ ਕੰਟਰੋਲਰ ਹੈ। ਤੇ ਜਿਸ ਆਰਗੇਨਾਈਜੇਸ਼ਨ ਦਾ ਕੰਟਰੋਲਰ ਜਿਹੋ ਜਿਹਾ ਹੋਏਗਾ, ਉਸ ਆਰਗੇਨਾਈਜੇਸ਼ਨ ਦੀ ਆਊਟਪੁੱਟ ਉਹੋ ਜਿਹੀ ਹੋਏਗੀ। ਤੋ ਜੇਕਰ ਮਨ ਸਾਡਾ ਤਗੜਾ ਹੈ, ਚੰਗਾ ਹੈ, ਤੇ ਅਸੀਂ ਜ਼ਰੂਰੀ ਹੈ ਵੀ ਚੰਗੇ ਨਾਗਰਿਕ ਬਣਾਂਗੇ। ਪਰ ਜੇਕਰ ਮਨ ਜਿਹੜਾ ਹੈ ਉਹ ਮੈਲਾ ਹੋ ਗਿਆ, ਮਨ ਕਮਜ਼ੋਰ ਹੈ, ਕਬੀਰ ਸਾਹਿਬ ਜੀ ਦਾ ਮੈਨੂੰ ਸ਼ਬਦ ਯਾਦ ਆ ਰਹੀ ਹੈ, ਤੁਕ ਕਿ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਸਾਡਾ ਜਿਹੜੇ ਸਰੀਰ ਦੇ ਜਿੰਨੇ ਕਰਮ ਆਪਾਂ ਕਰਦੇ ਹਾਂ ਇਹ ਮਨ ਤੇ ਡਿਪੈਂਡ ਕਰਦੇ ਨੇ। ਜੇ ਮਨ ਤਗੜਾ ਤੇ ਸਭ ਕੁਝ ਠੀਕ ਹੈ, ਤੋ ਜੇ ਮਨ ਮੈਲਾ ਹੈ ਤੇ ਸਭ ਕੁਝ ਮੈਲਾ ਹੈ। ਤੋ ਮਹਾਰਾਜ ਬਾਣੀ 'ਚ ਆਖਿਆ ਮਨ ਮੈਲਾ ਹੈ ਸਭ ਕੁਝ ਮੈਲਾ। ਤੇ ਇਸ ਕਰਕੇ ਮਨ ਨੂੰ ਕੰਟਰੋਲ ਕਰਨ ਲਈ ਇਹ ਜਿਹੜੇ ਗਿਆਨ ਇੰਦਰੇ ਨੇ, ਜਿੱਥੇ ਮਨ ਨੂੰ ਫੀਡਬੈਕ ਦਿੰਦੇ ਨੇ, ਉੱਥੇ ਜੇਕਰ ਮਨ ਕਾਬੂ 'ਚ ਆ ਜਾਏ ਤਾਂ ਸਾਡਾ ਜੀਵਨ ਸਫਲ ਹੋ ਸਕਦਾ। ਤਾਈਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਮਨ ਜੀਤੇ ਜਗ ਜੀਤ। ਤੋ ਸਾਰਾ ਕਹਾਣੀ ਜਿਹੜੀ ਮਨ ਦੀ ਹੈ, ਤੋ ਇਹ ਜਿਹੜੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਇੱਕ ਦਿਨ ਨਹੀਂ ਹਰ ਪਲ ਹੀ ਆ ਸਾਡੇ ਤੇ। ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਸੰਗਤ ਵਿੱਚੋਂ ਵੀ, ਕਿਉਂਕਿ ਇਹ ਬੜਾ ਵਿਸ਼ਾਲ ਵਿਸ਼ਾ ਹੈ, ਕਿਸੇ ਦੇ ਹੋਰ ਖਿਆਲ ਹੋਣਗੇ ਤਾਂ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ। ਤੋ ਆਓ ਸਾਧ ਸੰਗਤ ਜੀ, ਆਪਾਂ ਅਗਲੇ ਸਵਾਲ ਵੱਲ ਚੱਲਦੇ। ਜਿਸ ਤਰ੍ਹਾਂ ਵੀਰ ਜੀ ਨੇ ਹੁਣੇ ਇਹ ਫਿਲਾਸਫੀਕਲ ਸਵਾਲ ਸੀ ਗਿਆਨ ਇੰਦਰੇ ਤੇ ਕਰਮ ਇੰਦਰੇ, ਕਿਉਂਕਿ ਇਹ ਜਿਹੜੇ ਫਿਲਾਸਫੀ ਹੈ ਬੜਾ ਡੂੰਘਾ ਵਿਸ਼ਾ ਹੁੰਦਾ ਸਾਧ ਸੰਗਤ ਜੀ, ਤੇ ਬੜੀ ਮਿਹਨਤ ਮੰਗਦਾ। ਤੋ ਇਹੋ ਜਿਹਾ ਇੱਕ ਸਵਾਲ ਸਾਨੂੰ ਹੋਰ ਆਇਆ ਕਿ ਆਨ 78 ਜਾਨ 97 ਫਿਰ ਵੀ ਉੱਠ ਸੀ ਮਰਦ ਕਾ ਚੇਲਾ। ਇਹ ਸਵਾਲ ਹੈ ਸਰ ਸੁਖਵੀਰ ਸਿੰਘ ਜੀ ਦਿੱਲੀ ਤੋਂ, ਤੇ ਉਹ ਪੁੱਛਦੇ ਨੇ ਕਿ ਇਹ ਜਿਹੜੀ ਤੁਕ ਹੈ ਆਨ 78 ਜਾਨ 97 ਫਿਰ ਵੀ ਉੱਠ ਸੀ ਮਰਦ ਕਾ ਚੇਲਾ, ਇਹਦੇ 'ਚ ਦੱਸੋ ਇਹ ਕੀ ਭਾਵ ਹੈ। ਤੇ ਮੈਂ ਸਮਝਦਾ ਵੀ ਇਹ ਵੀ ਇੱਕ ਤਰ੍ਹਾਂ ਦੀ ਫਿਲਾਸਫੀ ਹੈ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਖਿਮਾ ਕਰਨ। ਵੀਰ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਬਈ ਕਿਰਪਾ ਕਰਕੇ ਇਹਦੇ ਬਾਰੇ ਸੰਗਤਾਂ ਨਾਲ ਸਾਂਝ ਪਾਉਣ ਜੀ। ਵੀਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ, ਸੁਖਵੀਰ ਸਿੰਘ ਜੀ ਨੇ ਜੋ ਸਵਾਲ ਪੁੱਛਿਆ ਹੈ ਇਹ ਬੜਾ ਮਹੱਤਵਪੂਰਨ ਸਵਾਲ ਹੈ।
ਔਰ ਇਸ ਦੇ ਪਿੱਛੇ ਕਾਫੀ ਜਿਹੜੇ ਇੰਪੋਰਟੈਂਟ ਇਵੈਂਟਸ ਜਿਹੜੇ ਨੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਪਰਸਨੈਲਿਟੀ ਹੈ, ਉਹਨਾਂ ਦੀ ਬਾਣੀ ਦੇ ਵਿੱਚ ਲਿਖਣ ਦਾ ਜਿਹੜਾ ਤਰੀਕਾ ਹੈ, ਉਹ ਸਾਡੇ ਸਾਹਮਣੇ ਬੜਾ ਉਗੜ ਕੇ ਆਉਂਦਾ ਹੈ। ਤੋ ਇਸ ਨੂੰ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਕੁਝ ਕੁ ਬੇਨਤੀਆਂ ਮੈਂ ਕਰਨਾ ਚਾਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਇਹ ਬਾਬਰ ਦੇ ਹਮਲੇ ਹੋਏ ਹਨ, ਤੀਸਰੇ ਹਮਲੇ ਦੇ ਵੇਲੇ, ਉਹ ਜਿਹੜੇ ਹਮਲੇ ਹਨ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਸ਼ਬਦ ਜਿਹੜੇ ਹਨ ਉਹ ਉਚਾਰੇ ਹਨ। ਹਾਲਾਂਕਿ ਉਹਦਾ ਨਾਂ ਜਿਹੜਾ ਹੈ ਉਹ ਸ਼ਬਦਾਂ ਦਾ ਬਾਬਰ ਬਾਣੀ ਨਹੀਂ ਹੈ, ਲੇਕਿਨ ਆਮ ਤੌਰ ਤੇ ਅਸੀਂ ਉਹਨੂੰ ਬਾਬਰ ਬਾਣੀ ਦੇ ਸ਼ਬਦ ਕਹਿ ਕੇ ਯਾਦ ਕਰਦੇ ਹਾਂ। ਤੋ ਉਹਨਾਂ ਚੋਂ ਇੱਕ ਤਲੰਗ ਰਾਗ ਵਿੱਚ ਪੰਨਾ 722 ਦੇ ਉੱਪਰ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਐਸੜਾ ਕਰੀ ਗਿਆਨ ਵੇ ਲਾ ਲੋ। ਦੂਸਰਾ ਸ਼ਬਦ ਹੈ ਆਸਾ ਰਾਗ ਦੇ ਵਿੱਚ ਮਹਲਾ ਪਹਿਲਾ ਪੰਨਾ 360, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਫਿਰ ਇਸ ਤੋਂ ਅਗਲਾ ਸ਼ਬਦ ਹੈ ਉਹ ਰਾਗ ਆਸਾ ਮਹਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਪੰਨਾ 417 ਤੇ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ। ਔਰ ਚੌਥਾ ਸ਼ਬਦ ਹੈ ਆਸਾ ਰਾਗ ਦੇ ਅੰਦਰ ਪੰਨਾ 417 ਦੇ ਉੱਪਰ, ਕਹਾਂ ਸੋ ਖੇਲ ਤਬੇਲਾ ਘੋੜੇ ਕਹਾਂ ਤੇਰੀ ਸਹਿਨਾਈ। ਸੋ ਇਹਨਾਂ 4 ਸ਼ਬਦਾਂ ਦੇ ਜਿਹੜੇ ਹਨ ਅਰਥ, ਉਹ ਉਹਨਾਂ ਨੂੰ ਸਮਝਣ ਵਾਸਤੇ ਇੱਕ ਵਿਚਾਰ ਹੈ ਕਿ ਵਿਆਕਰਣ ਦਾ ਨਿਯਮ ਔਰ ਸ਼ਬਦਕੋਸ਼, ਇਤਿਹਾਸ ਦੀ ਸਮਝ, ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰਧਾਰਾ ਦੀ ਸਮਝ ਔਰ ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਅਦੁੱਤੀ ਸ਼ਖਸੀਅਤ ਜਿਹੜੀ ਉਸ ਦਾ ਸਾਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜੇਕਰ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੈ ਤੇ ਫਿਰ ਅਸੀਂ ਇਹਨਾਂ ਸ਼ਬਦਾਂ ਦੇ ਠੀਕ ਅਰਥ ਨਹੀਂ ਕਰ ਪਾਵਾਂਗੇ। ਉਹ ਹੋਇਆ ਵੀ ਇਹੀ ਹੈ ਕਿ ਜਿਹੜੇ ਲੇਖਾਰੀ ਵਿਦਵਾਨ ਹੋਏ ਹਨ, ਉਹਨਾਂ ਨੇ ਗੁਰਬਾਣੀ ਦੇ ਵਿਆਕਰਣ ਨੂੰ ਨਜ਼ਰ ਅੰਦਾਜ਼ ਕਰਕੇ ਕਿਸੇ ਨੇ ਇਤਿਹਾਸ ਨੂੰ ਅਤੇ ਕਿਸੇ ਤੋਂ ਅਣਜਾਣੇ ਵਿੱਚ ਅਨਇੰਟੈਂਸ਼ਨਲੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਵਾਂ ਤੇ ਦ੍ਰਿੜ ਕਰਾਏ ਗਏ ਗੁਰਮਤਿ ਸਿਧਾਂਤ ਦੇ ਜਿਹੜੇ ਹੈ ਖੰਡਨ ਹੋ ਗਏ। ਸ਼ਬਦਕੋਸ਼ ਦੀ ਯੋਗ ਵਰਤੋਂ ਤਾਂ ਹਰ ਕਾਵ ਨੂੰ ਅਰਥਾਉਣ ਸਮੇਂ ਲਾਜ਼ਮੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਸ਼ਖਸੀਅਤ ਬਾਰੇ ਨਿਰਣਾ ਵੀ ਅੱਜ ਤੱਕ ਸਿੱਖ ਵਿਦਵਾਨ ਨਹੀਂ ਕਰ ਸਕੇ। ਜਨਮ ਸਾਖੀਆਂ ਵਿੱਚ ਇੱਕ ਹੋਰ ਰਾਹ ਤੇ ਪਾਉਂਦੀਆਂ ਹਨ ਤੇ ਨਵੇਂ ਲਖਾਰੀ ਗੁਰੂ ਨਾਨਕ ਪਾਤਸ਼ਾਹ ਨੂੰ ਆਮ ਮਨੁੱਖੀ ਪੱਧਰ ਤੇ ਲਿਆ ਕੇ ਵਾਚਨ ਤੇ ਸਮਝਣ ਵਿੱਚ ਸੂਰਬੀਰਤਾ ਸਮਝਦੇ ਰਹੇ ਹਨ। ਇਹ ਸਭ ਕਾਰਨ ਇਹਨਾਂ ਸ਼ਬਦਾਂ ਬਾਰੇ ਠੀਕ ਨਿਰਣਾ ਨਹੀਂ ਹੁੰਦਾ ਰਿਹਾ। ਇਹ ਜੋ ਸ਼ਬਦ ਹਨ, ਇਸ ਦੇ ਬਾਰੇ ਮੈਂ ਇੱਕ ਆਪ ਜੀ ਨੂੰ ਜਨਰਲ ਜਿਹੜੀ ਹੈ ਵਿਚਾਰ ਸਾਹਮਣੇ ਰੱਖਣਾ ਚਾਹਨਾ ਹਾਂ ਕਿ ਇਹ ਸ਼ਬਦ ਜੋ ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਜੀ ਕੋਲ ਸੈਦਪੁਰ ਵਿੱਚ ਗਏ ਹਨ ਔਰ ਉਹਨਾਂ ਕੋਲ ਉੱਥੇ ਬੈਠ ਕੇ ਜਿਹੜੇ ਹਾਲਾਤ ਸੈਦਪੁਰ ਵਿੱਚ ਉਸ ਵੇਲੇ ਵਾਪਰ ਰਹੇ ਸਨ, ਉਹਨਾਂ ਨੂੰ ਡਿਸਕਸ ਕਰਦੇ ਆਇਆ। 7 ਵਾਰੀ ਭਾਈ ਲਾਲੋ ਜੀ ਦਾ ਨਾਂ ਜਿਹੜਾ ਹੈ ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਲਿਆ ਹੈ ਔਰ ਉਹਨਾਂ ਨੂੰ ਸੰਬੋਧਨ ਕਰਕੇ ਹੀ ਇਹ ਵਿਚਾਰ ਸਾਡੇ ਸਾਹਮਣੇ ਰੱਖੇ ਹਨ। ਤੋ ਉਹਦੇ ਵਿੱਚੋਂ ਸ਼ਬਦ ਜਿਹੜਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਮੈਂ ਬੇਨਤੀ ਕਰਾਂਗਾ ਵੀਰ MP ਸਿੰਘ ਜੀ ਨੂੰ ਕਿ ਉਹ ਸਕਰੀਨ ਤੇ ਸ਼ੇਅਰ ਕਰਨ ਕਿ ਪ੍ਰਭੂ ਦਾ ਇਨਸਾਫ ਤੇ ਫੈਸਲੇ ਉਸਦੇ ਅਟਲ ਨਿਯਮਾਂ ਅਨੁਸਾਰ ਹੁੰਦੇ ਹਨ। ਇਸ ਸ਼ਬਦ ਵਿੱਚੋਂ ਜੋ ਸਾਨੂੰ ਨਿਚੋੜ ਲੱਭਦਾ ਹੈ ਉਹ ਹੈ ਕਿ ਸਦਾ ਅਟਲ ਅਤੇ ਸੱਚਾ ਹੁੰਦਾ ਹੈ ਉਸਦਾ ਨਿਆਂ। ਦੂਸਰਾ ਪੁਆਇੰਟ ਹੈ ਕਰਤਾਰ ਨਿਰਦੋਸ਼ ਅਤੇ ਨਿਰਵੈਰ ਹੈ। ਜ਼ਾਲਮ ਅਤੇ ਅਤਿਆਚਾਰੀ ਨੂੰ ਸਜ਼ਾ ਮਿਲਣ ਨਾਲ ਕਿਸੇ ਮਨੁੱਖ ਅੰਦਰ ਤਰਸ ਪੈਦਾ ਹੋਣਾ ਗੈਰ ਮੁਮਕਿਨ ਅਤੇ ਗੈਰ ਵਾਜਬ ਹੈ। ਕਰਤਾਰ ਦੀ ਤਾਕਤ ਬੇਅੰਤ ਅਤੇ ਅਥਾਹ ਹੈ। ਵੱਡੇ ਤੋਂ ਵੱਡਾ ਬੰਦਾ ਵੀ ਪ੍ਰਭੂ ਸਾਹਮਣੇ ਕੀੜੀ ਦੇ ਬਰਾਬਰ ਹੈ। ਕਰਤਾਰ ਦੇ ਕੀਤੇ ਕੰਮਾਂ ਦਾ ਜੀਵ ਭੇਤ ਨਹੀਂ ਲੈ ਸਕਦਾ। ਧਨ ਅਤੇ ਜੋਬਨ ਦਾ ਮੋਹ ਨਸ਼ਾ ਮਨੁੱਖ ਅਤੇ ਮਨੁੱਖੀ ਸਮਾਜ ਲਈ ਦੁਸ਼ਮਣ ਹੈ, ਮਿੱਤਰ ਨਹੀਂ। ਜੇ ਪਹਿਲਾਂ ਹੀ ਵਿਵੇਕ ਰੂਪੀ ਬੁੱਧੀ ਤੋਂ ਕੰਮ ਲਈਏ, ਆਪਣੇ ਫਰਜ਼ ਨੂੰ ਪਛਾਣੀਏ ਤੇ ਕਰਤਾਰ ਨੂੰ ਯਾਦ ਰੱਖੀਏ ਤਾਂ ਸਾਨੂੰ ਦੁੱਖ ਨਾ ਭੋਗਣੇ ਪੈਣ। ਜੋ ਪ੍ਰਭੂ ਨੂੰ ਮਨਜ਼ੂਰ ਹੋਵੇ ਉਹੀ ਹੁੰਦਾ ਹੈ। ਮਨੁੱਖ ਦੀ ਇਸ ਵਿੱਚ ਕੋਈ ਪੁੱਛ ਨਹੀਂ ਹੁੰਦੀ। ਪ੍ਰਭੂ ਪਲਾਂ ਵਿੱਚ ਅਨੇਕਾਂ ਰਚਨਾਵਾਂ ਬਣਨ ਅਤੇ ਘੜਨ ਦੀ ਅਪਾਰ ਸਮਰੱਥਾ ਰੱਖਦਾ ਹੈ। ਧਨ ਦੇ ਮੋਹ ਅਤੇ ਮਨੁੱਖ ਨੂੰ ਖੱਜਲ ਖੁਆਰ ਕਰਕੇ ਰੱਖਿਆ ਹੋਇਆ ਹੈ
ਧਨ ਪਾਪ ਕੀਤੇ ਬਿਨਾ ਇਕੱਠਾ ਨਹੀਂ ਕੀਤਾ ਜਾ ਸਕਦਾ ਅਤੇ ਮਰਨ ਪਿੱਛੋਂ ਇਹ ਨਾਲ ਵੀ ਨਹੀਂ ਜਾਂਦਾ। ਜਿਸ ਨੇ ਖੁਆਰ ਹੋਣਾ ਹੋਵੇ ਉਸ ਦੀ ਪਹਿਲੀ ਅਲਾਮਤ ਹੀ ਇਹੋ ਹੈ ਕਿ ਉਸ ਪਾਸੋਂ ਚੰਗੇ ਗੁਣ ਪਹਿਲੇ ਆਪ ਹੀ ਅਲੋਪ ਹੋ ਜਾਂਦੇ ਹਨ। ਤੇ ਸਭ ਤੋਂ ਇੱਕ ਮਹੱਤਵਪੂਰਨ ਗੱਲ ਹੈ ਕਿ ਮਨੁੱਖ ਨੂੰ ਦੁੱਖ ਜਾਂ ਸੁੱਖ ਅਕਾਲ ਪੁਰਖ ਦੇ ਭਾਣੇ ਵਿੱਚ ਉਸਦੇ ਅਟਲ ਨਿਯਮਾਂ ਅਨੁਸਾਰ ਹੀ ਮਿਲਦੇ ਹਨ। ਪ੍ਰਭੂ ਸ੍ਰਿਸ਼ਟੀ ਨੂੰ ਆਪਣੇ ਅਟਲ ਕਾਨੂੰਨਾਂ ਅਨੁਸਾਰ ਚਲਾ ਕੇ ਖੁਸ਼ ਹੁੰਦਾ ਹੈ ਤੇ ਮਨੁੱਖ ਆਪਣੇ ਕੀਤੇ ਕਰਮਾਂ ਸੰਸਕਾਰਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਇਸ ਸ਼ਬਦ ਦੇ ਸਹੀ ਅਰਥਾਂ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਬਿਆਨੇ ਕੀਤੇ ਗਏ ਸੰਖੇਪ ਨੁਕਤਿਆਂ ਨੂੰ ਪਹਿਲੇ ਚੰਗੀ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਇਹ ਨੁਕਤੇ ਬਾਬਰ ਦੇ ਹਮਲੇ ਨਾਲ ਸੰਬੰਧਿਤ 4 ਸ਼ਬਦਾਂ ਵਿੱਚੋਂ ਹੀ ਲਏ ਗਏ ਹਨ। ਬਾਬਰ ਜਿਹੜੇ ਹਨ ਉਸਨੇ ਜੋ ਇਹ ਸ਼ਬਦ ਬਾਬਰ ਦੇ ਹਮਲੇ ਸਮੇਂ ਜੋ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਿਆ ਹੈ, ਆਓ ਇੱਕ ਵਾਰੀ ਉਸ ਦਾ ਆਪ ਪਾਠ ਕਰ ਲਈਏ, ਜਿਵੇਂ ਕਿ ਸਾਹਮਣੇ ਸਕਰੀਨ ਤੇ ਵੀ ਨਜ਼ਰ ਆ ਰਿਹਾ ਹੈ। ਜੈਸੀ ਮੈਂ ਆਵੇ, ਇਹ ਮੈਂ ਗੱਲ ਬੇਨਤੀ ਕਰਦੇ ਹਾਂ ਕਿ ਇਸ ਸ਼ਬਦ ਦੇ ਅੰਦਰ ਰਹਾਉ ਨਹੀਂ ਹੈ ਕੋਈ। ਇਹ ਸਾਰੇ ਇੱਕ ਸਟੇਟਮੈਂਟ ਹੈ ਜੋ ਗੁਰੂ ਨਾਨਕ ਪਾਤਸ਼ਾਹ ਪੇਸ਼ਨ ਗੋਈ ਦੇ ਤੌਰ ਦੇ ਉੱਪਰ ਕਰ ਰਹੇ ਹਨ। ਉਸ ਸਮੇਂ ਦੇ ਜੋ ਹਾਲਾਤ ਉਸ ਸੈਦਪੁਰ ਵਿੱਚ ਵਾਪਰ ਰਹੇ ਸਨ, ਉਸਦੇ ਅਸੈਸਮੈਂਟ ਕਰਕੇ ਉਹਨਾਂ ਨੇ ਅੱਗੋਂ ਪੇਸ਼ਨ ਗੋਈ ਕੀਤੀ ਹੈ, ਪ੍ਰੋਫੈਸੀ ਕੀਤੀ ਹੈ ਕਿ ਜਿਹੜੇ ਇਹਨਾਂ ਕੰਮਾਂ ਦੇ ਵਿੱਚ ਪਏ ਹੋਏ ਹਨ ਉਹਨਾਂ ਦਾ ਆਖਰ ਵਿੱਚ ਹਸ਼ਰ ਕੀ ਹੋਣਾ। तो आओ शब्द ਨੂੰ ਪੜ੍ਹੀਏ। ਤਿਲੰਗ ਮਹਿਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, पाप की जंज लै काबलों ताया, जोरी मंगै दान वे लालो, शर्म धर्म दोए छप खलोए, कूड़ फिरै प्रधान वे लालो, काजियां बामना की गल थकी, अगद पढ़ै शैतान वे लालो, मुसलमानियां पढ़ै कतेबां, कष्ट में करें खुदाए वे लालो, जात सनाती होर हिंदवानियां, ए भी लेखे लाए वे लालो, खून के सोले गाविया नानक, रात का कुंगू पाए वे लालो, साहेब के गुण गावै नानक गावै, मासपुरी विच आख मसोला, जिन उपाई रंग रवाई, बैठा वेखे वक्त अकेला, सच्चा सो साहेब सच तपावस, सचड़ा न्याओ करेग मसोला, काया कपड़ टुक टुक होसी, हिंदुस्तान संभालसी बोला, आवन 78 जान 97, और भी उठसी मर्द का चेला, सच की बाणी नानक आखै, सच सुनाई सी सच की बेला। तो इस शब्द के अंदर जो आप पहले बंद ਨੂੰ देखिए, तो पहला बंद ये किया कि जैसी में आवे खसम की बाणी, तैसड़ा करी ज्ञान वे लालो, आप की जांजल है काबलों ताया, जोरी मंगे दान वे लालो। ये बाबल खुरासान तो ਚੱਲਿਆ ਤੇ ਜਦੋਂ ਇਹ 1541 ਦੇ ਕਰੀਬ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਐਂਟਰ ਕਰਦਾ ਹੈ ਤੇ ਉੱਥੇ ਇਸ ਨੇ ਆ ਕਰਕੇ ਸੈਦਪੁਰ ਦੇ ਵਿੱਚ ਜਿਸ ਵੇਲੇ ਹਮਲਾ ਕੀਤਾ ਤੇ ਉਸ ਵੇਲੇ ਦਾ ਜਿਹੜਾ ਸਮਾਂ ਹੈ ਉਸ ਵੇਲੇ ਭਾਈ ਲਾਲੋ ਦੇ ਨਾਲ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਹਨ ਉਹ ਵਿਚਾਰ ਕਰ ਰਹੇ ਹਨ ਔਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਇਹ ਗੱਲ ਸਮਝਾਈ ਕਿ ਮੈਨੂੰ ਇਸ ਹਾਲਾਤਾਂ ਦੇ ਵਿੱਚ ਜੋ ਸਤਿਗੁਰ ਦੇ ਵੱਲੋਂ ਸਮਝ ਪੈ ਰਹੀ ਹੈ, ਜੋ ਸਤਿਗੁਰ ਦੇ ਮਾਲਕ ਮੈਨੂੰ ਸਮਝਾ ਰਹੇ ਹਨ, ਪ੍ਰੇਰਨਾ ਦੇ ਰਹੇ ਹਨ, ਮੈਂ ਨਿਕਟ ਭਵਿੱਖ ਵਿੱਚ ਸੈਦਪੁਰ ਵਿੱਚ ਵਾਪਰਨ ਵਾਲੇ ਸਾਕੇ ਦੀ ਉਹੋ ਜਿਹੀ ਹੀ ਜਾਣਕਾਰੀ ਦੇ ਰਿਹਾ ਹਾਂ। ਜਿਵੇਂ ਕਿ ਜਾਨੋ ਬਾਬਰ ਪਠਾਨਾਂ ਦੇ ਪਾਪ ਕਰਮਾਂ ਦੀ ਬਰਾਤ ਲੈ ਕੇ ਕਾਬਲ ਤੋਂ ਚੜ੍ਹਾਈ ਕਰਕੇ ਸੈਦਪੁਰ ਆ ਰਿਹਾ ਹੈ, ਜੋ ਧਿੰਗੋਏ ਜੋਰੀ ਇੱਥੋਂ ਦੇ ਹਾਕਮਾਂ ਕੋਲੋਂ ਧਨ ਦੌਲਤ, ਇੱਜ਼ਤ ਆਬਰੂ ਅਤੇ ਹਕੂਮਤ ਦਾ ਕੰਨਿਆਦਾਨ ਮੰਗੇਗਾ। ਫਿਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਕਿ ਜਿਹੜੇ ਇੱਥੇ ਦੇ ਪਠਾਨ ਔਰ ਸੈਦਪੁਰ ਵਾਸੀ ਹਨ ਜਿਨ੍ਹਾਂ ਦੇ ਵਿੱਚੋਂ ਨਾਨ ਮੁਸਲਿਮ ਵੀ ਸੀਗੇ, ਹਿੰਦੂ ਵੀ ਸੀਗੇ, ਤੋਂ ਉਹਨਾਂ ਨੇ ਜਿਹੜਾ ਹੈ 1541 ਜਿਹੜੀ ਹੈ ਸੰਮਤ ਉਸ ਦੇ ਟਾਈਮ ਦੇ ਉੱਪਰ ਉਹ ਆਇਆ, ਬਾਬਰ ਇੱਥੇ ਆਇਆ ਤੇ ਪਠਾਨ ਅਤੇ ਸੈਦਪੁਰ ਵਾਸੀਆਂ ਵਿੱਚੋਂ ਸਹਿਮ ਹਿਆ ਅਤੇ ਧਰਮ ਦਾ ਆਚਾਰ ਦੋਨੋਂ ਮੂਲੋਂ ਉੱਡ ਚੁੱਕੇ ਹਨ ਤੇ ਝੂਠ ਹੀ ਇਹਨਾਂ ਦੇ ਜੀਵਨ ਵਿੱਚ ਪ੍ਰਧਾਨ ਬਣ ਕੇ ਫਿਰ ਰਿਹਾ ਹੈ। ਇਹਨਾਂ ਦੇ ਪਾਪ ਕਰਮਾਂ ਸਦਕਾ ਹੁਣ ਕਾਜ਼ੀਆਂ ਅਤੇ ਬ੍ਰਾਹਮਣਾਂ ਵੱਲੋਂ ਪੜਾਏ ਜਾਣ ਵਾਲੇ
ਵਿਆਹ ਦੀ ਗੱਲ ਤਾਂ ਮੁਕਲ ਮਰਿਆਦਾ ਮੁੱਕ ਗਈ ਹੈ ਅਤੇ ਬਾਬਰ ਦੀ ਫੌਜ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਦੀ ਐਸੀ ਦੁਰਦਸ਼ਾ ਕੀਤੀ ਜਾਏਗੀ ਕਿ ਜਾਨੋ ਇਹਨਾਂ ਦੇ ਵਿਆਹ ਕਾਜ਼ੀਆਂ ਤੇ ਬਾਹਮਣਾਂ ਦੀ ਥਾਵੇਂ ਸ਼ੈਤਾਨ ਪੜ ਰਿਹਾ ਹੈ। ਪਾਤਸ਼ਾਹ ਫਰਮਾਉਂਦੇ ਹਨ ਕਿ ਨਿਕਟ ਭਵਿੱਖ ਵਿੱਚ ਵਾਪਰਨ ਵਾਲੀ ਇਹ ਮਹਾਨ ਦੁਰਦਸ਼ਾ ਮੈਨੂੰ ਪ੍ਰਤੱਖ ਨਜ਼ਰ ਆ ਰਹੀ ਹੈ ਕਿ ਸੈਦਪੁਰ ਤੋਂ ਭੂਤਰੇ ਹੋਏ ਲੋਕਾਂ ਦੀਆਂ ਇਸਤਰੀਆਂ ਦੀ ਉਹ ਬੇਪਤੀ ਹੋਣੀ ਹੈ। ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ में करें खुदाई वे लालो जात सनाती होर हिंदवानियां ये भी लेखे लाए वे लालो। तो मुसलमान इस्त्रियां इस विपता वाली समय ਦੇ ਅੰਦਰ ਇਸ ਤੋਂ ਛੁਟਕਾਰਾ ਪਾਉਣ ਲਈ ਉਹ ਕੁਰਾਨ ਦੀਆਂ ਆਇਤਾਂ ਪੜ੍ਹਨਗੀਆਂ ਤੇ ਇਸ ਦੀਰਘ ਕਸ਼ਟ ਵਿੱਚ ਫਸ ਕੇ ਖੁਦਾ ਨੂੰ ਯਾਦ ਕਰਨਗੀਆਂ ਅਤੇ ਜੋ ਮਾਇਆ ਅਤੇ ਜਵਾਨੀ ਦੇ ਨਸ਼ੇ ਵਿੱਚ ਇਸ ਸਮੇਂ ਉਹਨਾਂ ਨੂੰ ਭੁੱਲਿਆ ਪਿਆ ਹੈ। ਪਾਤਸ਼ਾਹ ਕਹਿੰਦੇ ਹਨ ਕਿ ਇਹ ਵਿਪਤਾ ਵੱਡੀ ਪੱਧਰ ਤੇ ਵਪੇਗੀ ਕਿ ਉੱਚੀਆਂ ਜਾਤਾਂ ਦੀਆਂ ਤੀਵੀਆਂ ਅਤੇ ਕੀ ਹੋਰ ਹਿੰਦਵਾਨੀਆਂ ਸਭ ਨੂੰ ਇਹ ਵਿਪਤਾ ਦੇ ਲੇਖੇ ਵਿੱਚ ਹੀ ਪਿਆ ਸਮਝੋ, ਅਰਥਾਤ ਸਭ ਦੀ ਇੱਕੋ ਜਿਹੀ ਭੈੜੀ ਦੁਰਦਸ਼ਾ ਹੋਵੇਗੀ। ਖੂਨ ਕੇ ਸੋਹਲੇ ਗਾਵੀਆ ਨਾਨਕ ਰਾਧਕਾ ਕੁੰਗੂ ਪਾਏ ਵੇ ਲਾਲੋ। ਤੋ ਜਿੱਥੇ ਉਹਨਾਂ ਨੇ ਪਾਪ ਦੀ ਜੰਜ ਦੀ ਗੱਲ ਕੀਤੀ ਹੈ, ਬਾਬਰ ਲੈ ਕੇ ਆਇਆ ਹੈ ਔਰ ਅਦਬ ਬੜੇ ਸ਼ੈਤਾਨ ਵੇ ਲਾਲੋ ਕਿ ਜਿਹੜੇ ਜ਼ਾਲਮ ਹਨ ਉਹੀ ਧੱਕੇ ਜੋਰੀ ਦੇ ਨਾਲ ਜਿਹੜੇ ਹਨ ਉਹ ਵਿਆਹ ਕਰਨਗੇ, ਇਸਤਰੀਆਂ ਦੀ ਬੇਪਤੀ ਹੋਏਗੀ। ਤੇ ਉਸੇ ਵਿਆਹ ਦੇ ਜਿਹੜਾ ਪ੍ਰਸੰਗ ਨੂੰ ਦੱਸ ਰਹੇ ਹਨ ਕਿ ਖੂਨ ਕੇ ਸੋਲੇ ਗਾਵੀਏ ਨਾਨਕ, ਕਿ ਇਸ ਖੂਨੀ ਵਿਆਹ ਸਾਕੇ ਕਾਰਨ ਨਗਰ ਵਿੱਚ ਹਰ ਪਾਸੇ ਖੂਨ ਦੇ ਸੋਹਲੇ ਘੋੜੀਆਂ ਗਾਏ ਜਾਣਗੇ। ਆਪ ਵੱਡੀ ਪੱਧਰ ਤੇ ਹੋਣ ਵਾਲੀਆਂ ਮੌਤਾਂ ਦਾ ਕਾਰਨ ਹਰ ਪਾਸੇ ਵਹਿਣ ਅਤੇ ਵਿਰਲਾਪ ਹੋ ਰਹੇ ਹੋਣਗੇ। ਆਮ ਵਿਆਹਾਂ ਵਿੱਚ ਕੇਸਰ ਛਿੜਕਣ ਦੀ ਰਸਮ ਹੁੰਦੀ ਹੈ, ਪਰ ਇਸ ਖੂਨੀ ਵਿਆਹ ਵਿੱਚ ਲਹੂ ਦਾ ਕੇਸਰ ਛਿੜਕਿਆ ਜਾਵੇਗਾ। ਆਪ ਵੱਡੀ ਪੱਧਰ ਤੇ ਕਤਲੇਆਮ ਹੋਵੇਗੀ। ਸਾਹਿਬ ਕੇ ਗੁਣ ਗਾਵੇ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਕਤ ਅਕੇਲਾ। ਸੱਚਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਆਉ ਕਰੇਗ ਮਸੋਲਾ। ਆਪ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਮਾਲਕ ਪ੍ਰਭੂ ਦੇ ਗੁਣ ਗਾਉਂਦਾ ਜਾਂ ਸਿਫਤ ਸਲਾਹ ਕਰਦਾ ਹਾਂ। ਇਹ ਭਾਈ ਲਾਲੋ, ਪ੍ਰਭੂ ਦੇ ਮਹਾਨ ਗੁਣਾਂ ਦੇ ਬੇਅੰਤ ਸ਼ਕਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮਾਸ ਨਾਲ ਬਣੀ ਇਸ ਨਗਰੀ ਭਾਵ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਤੂੰ ਵੀ ਮਾਲਕ ਦੀ ਰਜਾ ਜਾਂ ਹੁਕਮ ਦੀ ਗੱਲ ਆਖ, ਭਾਵ ਉਸਦੇ ਅਟਲ ਨਿਯਮਾਂ ਦਾ ਹੀ ਉਚਾਰਨ ਕਰ। ਉਹ ਹਨ ਕਿ ਜਿਸ ਮਾਲਕ ਨੇ ਇਹ ਮਾਇਆ ਦੇ ਮੋਹ ਵਿੱਚ ਪਰਵਿਰਤ ਹੋਈ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਇਕੱਲਾ ਨਿਰਲੇਪ ਰਹਿ ਕੇ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਆਪਣੇ ਕਰਮਾਂ ਦੇ ਭੋਗਦਿਆਂ ਹੋਇਆਂ ਨੂੰ ਵੇਖ ਰਿਹਾ ਹੈ। ਆਪ ਜੀਵ ਤਾਂ ਮਾਇਆ ਦੇ ਮੋਹ ਵਿੱਚ ਲੱਗ ਕੇ ਆਪਣੇ ਕਰਮਾਂ ਅਨੁਸਾਰ ਫਲ ਭੋਗ ਰਹੇ ਹਨ, ਪਰ ਪ੍ਰਭੂ ਆਪਣੇ ਇਹਨਾਂ ਚੋਜਾਂ ਨੂੰ ਤੋਂ ਨਿਰਲੇਪ ਹੋ ਕੇ ਦੇਖ ਰਿਹਾ ਹੈ। ਪ੍ਰਭੂ ਦਾ ਹੁਕਮ ਅਥਵਾ ਅਟਲ ਨਿਯਮ ਮਸੋਲਾ ਇਹ ਹੈ ਕਿ ਸਾਹਿਬ ਪ੍ਰਭੂ ਆਪ ਸਦਾ ਥਿਰ ਅਟਲ ਅਤੇ ਨਿਰੋਲ ਸੱਚਾ ਹੈ। ਉਸ ਦਾ ਫੈਸਲਾ ਅਥਵਾ ਨਿਆਂ ਵੀ ਬਿਲਕੁਲ ਸੱਚਾ ਹੈ ਅਤੇ ਠੀਕ ਹੁੰਦਾ ਹੈ, ਅਤੇ ਇਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਇਨਸਾਫ ਕਰੇਗਾ, ਭਾਵ ਸੈਦਪੁਰੀ ਸਿਰਫਿਰਿਆਂ ਨੂੰ ਯੋਗ ਸਜ਼ਾਵਾਂ ਦੇਗਾ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ, ਆਵਨ 78 ਜਾਨ 97 ਹੋਰ ਵੀ ਉਠਸੀ ਮਰਦ ਦਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਆਪਣੇ ਕੀਤੇ ਕਰਮਾਂ ਕਾਰਨ ਸੈਦਪੁਰੀਆਂ ਦੇ ਸਰੀਰ ਰੂਪੀ ਕੱਪੜ ਟੁਕੜੇ ਟੁਕੜੇ ਕੀਤੇ ਜਾਣਗੇ, ਭਾਵ ਬਾਬਰ ਦੀ ਚੜਾਈ ਸਮੇਂ ਇਹਨਾਂ ਦੀ ਭਿਆਨਕ ਕਟਾਵੱਡੀ ਹੋਏਗੀ। ਪਾਤਸ਼ਾਹ ਬੜੇ ਭਰੋਸੇ ਨਾਲ ਕਹਿੰਦੇ ਹਨ ਕਿ ਜਦ ਭਿਆਨਕ ਘਟਨਾਵਾਂ ਵਾਪਰਨਗੀਆਂ ਤਾਂ ਉਸ ਸਮੇਂ ਹਿੰਦੁਸਤਾਨ ਦੇ ਲੋਕ ਮੇਰੇ ਇਸ ਸਮੇਂ ਕਹੇ ਭਵਿੱਖਤ ਬਚਨਾਂ ਨੂੰ ਯਾਦ ਕਰਨਗੇ। ਮੁਗਲ ਬਾਦਸ਼ਾਹ ਬਾਬਰ ਦੀ ਕਮਾਨ ਹੇਠ ਸੰਮਤ 518 ਵਿੱਚ ਹਮਲਾਵਰ ਬਣ ਕੇ ਇਸ ਦੇਸ਼ ਉੱਤੇ ਆਉਣਗੇ ਅਤੇ ਦੇਸ਼ ਤੇ ਕਬਜ਼ਾ ਕਰ ਲੈਣਗੇ। ਇਹ ਮੁਗਲ ਫਿਰ ਸੰਮਤ 1597 ਵਿੱਚ ਹਮਾਯੂ ਦੀ ਕਮਾਨ ਹੇਠਾਂ ਭਾਂਜ ਖਾ ਕੇ ਵਾਪਸ ਜਾਣਗੇ। ਇਹਨਾਂ ਨੂੰ ਭਾਂਜ ਦੇਣ ਲਈ ਇੱਕ ਹੋਰ ਸੂਰਬੀਰ ਬਾਦਸ਼ਾਹ ਸੂਰੀ ਉੱਠੇਗਾ। ਸਤਿਗੁਰ ਕਹਿੰਦੇ ਹਨ ਕਿ ਨਾਨਕ ਸੱਚੇ ਬਚਨ ਕਹਿ ਰਿਹਾ ਹੈ ਤੇ ਉਹ ਸਦਾ ਨਿਧੜਕ ਹੈ ਕਿ ਹਰ ਯੋਗ ਸਮੇਂ ਸੱਚ ਦੇ ਉਹਨਾਂ ਬਚਨਾਂ ਅਥਵਾ ਪ੍ਰਭੂ ਦੇ ਅਟਲ ਨਿਯਮਾਂ ਨੂੰ ਦੁਹਰਾਉਂਦਾ ਰਹੇਗਾ। ਤੋ ਇੱਥੇ ਇਸ ਦੇ ਵਿੱਚ ਇੱਕ ਜੋ ਸਵਾਲ ਦੇ ਵਿੱਚ ਵੀ ਉਹਨਾਂ ਗੱਲ ਕਹੀ ਗਈ ਹੈ ਕਿ ਇਹ ਪੇਸ਼ੇਨਗੋਈ ਕੀਤੀ ਗਈ ਹੈ ਜਾਂ ਸਟੇਟਮੈਂਟ ਆਫ ਫੈਕਟ। ਤੋ ਇੱਥੇ ਇਹ ਗੱਲ ਵਰਣਨਯੋਗ ਹੈ ਕਿ ਜੈਸੀ ਮੈਂ ਆਵੇ ਵਾਲੇ ਤਲੰਗ ਰਾਗ ਦੇ ਸ਼ਬਦ ਦੇ ਅਰਥ ਕਰਨ ਸਮੇਂ
ਨਵੇਂ ਖੋਜੀ ਵਿਦਵਾਨਾਂ ਜਿਨ੍ਹਾਂ ਦੀ ਕਠਿਨ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨੂੰ ਇਹ ਰੁਚੀ ਖੁਆਰ ਕਰ ਗਈ ਕਿ ਇਸ ਸ਼ਬਦ ਨੂੰ ਭਵਿੱਖਬਾਣੀ ਜਾਂ ਪੇਸ਼ੋਨਗੋਈ ਦੇ ਰੂਪ ਵਿੱਚ ਪੇਸ਼ ਨਾ ਕੀਤਾ ਜਾਵੇ। ਪੁਰਾਤਨ ਸਮੇਂ ਤੋਂ ਇਸ ਸ਼ਬਦ ਦੀ ਵਿਆਖਿਆ ਗੁਰੂ ਨਾਨਕ ਪਾਤਸ਼ਾਹ ਦੀ ਉਸ ਸਮੇਂ ਕੀਤੀ ਪੇਸ਼ੋਨਗੋਈ ਜੋ ਇਸ ਸਮੇਂ ਪੂਰੀ ਹੋ ਚੁੱਕੀ ਹੈ ਦੇ ਰੂਪ ਵਿੱਚ ਹੀ ਹੁੰਦੀ ਰਹੀ ਹੈ। ਵਿਆਕਰਨ ਅਨੁਸਾਰ ਕਰੇਗ, ਸਮਾਲਸੀ, ਉਠਸੀ, ਹੋਸੀ, ਸੁਨਾਇਸੀ ਆਦਿਕ ਕਿਰਿਆ ਦੇ ਸਪਸ਼ਟ ਭਵਿੱਖਤ ਕਾਲਾਂ ਨੂੰ ਨਾ ਜਾਣੇ ਕਿਉਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਨਿਰਾ ਮਨੁੱਖੀ ਪੱਧਰ ਤੇ ਲਿਆ ਕੇ ਸੋਚਣਾ ਸਮਝਣਾ ਸਾਡੀ ਜਾਤੀ ਗੁਰੂ ਨਾਨਕ ਪਾਤਸ਼ਾਹ ਦੀ ਸਮੁੱਚੀ ਸ਼ਖਸੀਅਤ ਨੂੰ ਨਾ ਪਛਾਣਨ ਜਾਂ ਨਾ ਸਮਝਣ ਕਾਰਨ ਹੈ। ਹਾਂ, ਜਨਮ ਸਾਖੀਆਂ ਦੀ ਰੁਚੀ ਨੂੰ ਵੀ ਫੌਰੀ ਠੱਲ ਪੈਣੀ ਚਾਹੀਦੀ ਹੈ। ਕਰੋਗ ਦੇ ਅਰਥ ਕੀਤੇ ਗਏ ਹਨ, ਕਰੇਗਾ ਕਰ ਰਿਹਾ ਹੈ, ਹੋਸੀ ਦਾ ਹੋਵੇਗਾ ਜਾਂ ਹੋ ਰਿਹਾ ਹੈ, ਆਵਨ ਦੇ ਆਉਂਦੇ ਹਨ, ਜਾਣਗੇ ਜਾਂਦੇ ਹਨ, ਜਾਣਗੇ। ਇਹਨਾਂ ਕਿਰਿਆ ਪਦਾਂ ਦੇ ਸਪਸ਼ਟ ਭਵਿੱਖ ਕਾਲਾਂ ਨੂੰ ਬਿਆਨ ਵਿੱਚ ਨਿਰਾ ਖਿੱਚ ਤੋਈ ਅਤੇ ਗਲਤ ਬਿਆਨੀ ਹੀ ਕੀਤੀ ਗਈ ਹੈ। ਤੋ ਇਸ ਵਿਚਾਰ ਤੋਂ ਸਾਨੂੰ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੋ ਆਪਣੀ ਐਨਾਲਿਟੀਕਲ ਉਹਨਾਂ ਦੇ ਮਾਈਂਡ ਸੀ, ਜੋ ਉਹਨਾਂ ਦਾ ਅਨੁਭਵ ਸੀ, ਉਸ ਸਮੇਂ ਦੇ ਹਾਲਾਤਾਂ ਨੂੰ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਔਰ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਵਾਲੀ ਜਿਹੜੀ ਗੱਲ ਹੈ ਕਿ ਜੇਕਰ ਸੈਦਪੁਰ ਦੇ ਲੋਕ ਉਸ ਸਮੇਂ ਆਪਣੇ ਜਿਹੜੇ ਉਹਨਾਂ ਦੇ ਫਰਜ਼ ਸਨ, ਜਿਹੜੇ ਉਹ ਰਾਜੇ ਸਨ, ਉਹ ਬਿਲਕੁਲ ਠੀਕ ਤਰੀਕੇ ਨਾਲ ਅਗਰ ਚੱਲਦੇ ਤੇ ਇਹ ਜਿਹੜੀ ਅਵਸਥਾ ਹੈ ਉਹਨਾਂ ਦੀ ਦੁਰਦਸ਼ੀ ਜਿਹੜੀ ਹੈ ਉਹ ਨਹੀਂ ਸੀ ਹੋਣੀ। ਇਹ ਸਾਬਤ ਹੋ ਗਿਆ ਕਿ ਇਹ ਭਵਿੱਖਤ ਕਾਲ ਦੇ ਜਿਹੜੇ ਹਨ ਸ਼ਬਦ ਭਵਿੱਖਬਾਣੀ ਹੈ, ਭਵਿੱਖਬਾਣੀ ਕੀਤੀ ਗਈ ਹੈ ਤੇ ਇਸ ਨੂੰ ਸਮਝਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਸੀਗਾ। ਤੋ ਆਸ ਹੈ ਜਿਨ੍ਹਾਂ ਵੀਰਾਂ ਨੇ ਸਵਾਲ ਕੀਤਾ ਹੈ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਵੀਰ ਜੀ ਨੇ ਜਿਹੜਾ ਸਵਾਲ ਨਿਭਾਇਆ ਹੈ ਇਹ ਬੜਾ ਹੀ ਡਿਫਿਕਲਟ ਸਵਾਲ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਵਿਦਵਾਨ ਜਾਂ ਕਥਾਕਾਰ, ਪ੍ਰਚਾਰਕ ਜਿਹੜੇ ਨੇ ਉਹ ਆਪੋ ਆਪਣੇ ਵਿਚਾਰ ਜਿਹੜੇ ਨੇ ਇਹਦੇ ਤੇ ਦਿੰਦੇ ਆਏ ਨੇ ਕਾਫੀ ਸਮਿਆਂ ਤੋਂ, ਜਿਸ ਕਰਕੇ ਇਹ ਜਿਹੜੀਆਂ ਤੁਕਾਂ ਨੇ ਕਿ ਆਨ 78 ਹੈ, ਜਾਨ 97, ਇਹਨਾਂ 'ਚ ਬੜਾ ਭਾਰੀ ਕਨਫਿਊਜ਼ਨ ਹੈ ਆਪਣੇ ਸਿੱਖ ਪੰਥ ਵਿੱਚ। ਤੋ ਇਹ ਕਾਫੀ ਡਿਫਿਕਲਟ ਸਵਾਲ ਹੈ, ਪਰ ਵੀਰ ਜੀ ਨੇ ਬੜੇ ਹੀ ਮਿਹਨਤ ਦੇ ਨਾਲ ਸਾਨੂੰ ਜਿਹੜੇ ਨੇ ਕੋਈ ਕਾਫੀ ਫੈਕਟ ਸਾਡੇ ਸਾਹਮਣੇ ਰੱਖੇ ਨੇ, ਜਿਹੜੇ ਬੜੇ ਮੈਨੂੰ ਤਾਂ ਘੱਟੋ ਘੱਟ ਬਹੁਤ ਕਨਵਿੰਸਿੰਗ ਲੱਗੇ ਨੇ। ਤੋ ਆਸ ਹੈ ਸੰਗਤ ਵੀ ਇਹਦੇ ਨਾਲ ਸਹਿਮਤ ਹੋਏਗੀ। ਪਰ ਇਹਦੇ ਵਿੱਚ ਸਵਾਲ ਆਉਣੇ ਜ਼ਰੂਰੀ ਨੇ ਕਿਉਂਕਿ ਇਹ ਕੁਐਸਚਨ ਹੈ ਹੀ ਬੜਾ ਡਿਫਿਕਲਟ ਹੈ। ਔਰ ਦੂਸਰਾ ਸਿਰ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਵੱਖ-ਵੱਖ ਰਾਵਾਂ ਕਿਉਂਕਿ ਆਉਂਦੀਆਂ ਰਹੀਆਂ ਸਮੇਂ-ਸਮੇਂ, ਜਿਸ ਕਰਕੇ ਸੰਗਤਾਂ 'ਚ ਕਨਫਿਊਜ਼ਨ ਵਧਣਾ ਸਹਿਬਨ ਹੈ। ਉਂਝ ਸਾਧ ਸੰਗਤ ਜੀ ਇੱਕ ਗੱਲ ਬੜੀ ਪੱਕੀ ਹੈ ਜਿਹੜੀ ਇਸ ਸ਼ਬਦ 'ਚ ਸਾਨੂੰ ਜੋ ਲੱਭਦੀ ਹੈ ਬਾਕੀਆਂ ਗੱਲਾਂ ਤੋਂ ਇਲਾਵਾ, ਕਿ ਜੋ ਮਹਾਰਾਜ ਨੇ ਬਾਣੀ 'ਚ ਲਿਖਿਆ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੋ ਇਹ ਸ਼ਬਦ ਜਿਹੜਾ ਸਾਨੂੰ ਮੋਟੀਵੇਟ ਕਰਦਾ ਹੈ ਕਿ ਅਸੀਂ ਚੰਗੇ ਕਰਮ ਕਰੀਏ, ਵਰਨਾ ਮਾੜੇ ਕਰਮ ਕਰਨ ਲਈ ਤਾਂ ਜਿਹੜਾ ਵੀ ਕਰੇਗਾ ਦੁੱਖ ਰੋਗ ਸੋਗ ਬਿਸਰੇ ਜਬ ਨਾ, ਜਿਸ ਵੇਲੇ ਅਸੀਂ ਰੱਬ ਤੋਂ ਟੁੱਟ ਜਾਂਦੇ ਹਾਂ ਔਰ ਦੂਸਰਿਆਂ ਕਰਮਾਂ 'ਚ ਪੈ ਜਾਂਦੇ ਹਾਂ, ਕੋਈ ਕਰਮਾਂ 'ਚ ਪੈ ਜਾਂਦੇ ਹਾਂ, ਤਾਂ ਉਹ ਤਾਂ ਉੱਠ ਖਲੋਏ ਰੋਗ ਵਾਲੀ ਗੱਲ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ। ਤੋ ਜਿੱਥੇ ਬਾਕੀ ਹਿਸਟੋਰੀਕਲ ਗੱਲਾਂ ਵੀਰ ਜੀ ਨੇ ਦੱਸੀਆਂ ਨੇ, ਉੱਥੇ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਸਾਨੂੰ ਇਸ ਸ਼ਬਦ ਤੋਂ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਹਮੇਸ਼ਾ ਸਹੀ ਪੱਧਰ ਤੇ ਚਲਾਈਏ, ਨਹੀਂ ਤਾਂ ਇਹ ਗੱਲ ਕਿਸੇ ਨਾਲ ਵਾਪਰ ਸਕਦੀ। ਤੋ ਵੀਰ ਜੀ ਦਾ ਜਿੱਥੇ ਧੰਨਵਾਦ ਹੈ, ਮੈਂ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਦੂਰਅੰਦੇਸ਼ੀ ਹੈ ਉਹਨੂੰ ਕੋਈ ਮਾਹਿਰ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ ਕਿ ਕਿੰਨੀ ਕੁ ਦੂਰਅੰਦੇਸ਼ੀ। ਇਹਨਾਂ ਦਿਨਾਂ 'ਚ ਮੈਂ ਕੁਛ ਇੱਥੇ ਨੌਜਵਾਨ ਜਿਹੜੇ ਇੱਥੇ ਦੇ ਜੰਮਪਲ ਜਾਂ ਯੂਨੀਵਰਸਿਟੀ 'ਚ ਪੜ੍ਹਦੇ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਵੀ ਜਦ ਇਹ ਗੱਲਾਂ ਚੱਲੀਆਂ ਤਾਂ ਮੈਂ ਫੈਕਟ ਦੱਸਿਆ ਕਿ ਉਹ ਵੀ ਅਖੀਰ ਇਸ ਗੱਲ ਤੇ ਆ ਕੇ ਮੰਨੇ ਵੀ ਵਾਕਈ ਗੁਰੂ ਨਾਨਕ ਸਾਹਿਬ ਜਿਹੜੇ ਨੇ ਇਹਨਾਂ ਨੂੰ ਅਸੀਂ ਆਮ ਦੁਨਿਆਵੀ ਪੱਧਰ ਦੇ ਇਨਸਾਨ ਨਹੀਂ ਸਮਝ ਸਕਦੇ। ਉਹ ਕਿਉਂਕਿ ਪਹਿਲੇ ਤਾਂ ਬਾਰ-ਬਾਰ ਕੁਐਸਚਨ ਕਰਦੇ ਸੀ ਹਾਊ ਇਟ ਹੈਪਨ, ਹਾਊ ਇਟ ਡਨ, ਪਰ ਜਿਸ ਵੇਲੇ ਕਾਫੀ ਡਿਟੇਲ ਵਿਚਾਰ ਹੋਈ ਹੈ ਤਾਂ ਉਹ ਇਸ ਗੱਲ ਤੇ ਮੰਨੇ ਵੀ ਵਾਕਈ ਗੁਰੂ ਨਾਨਕ ਸਾਹਿਬ ਜੀ ਦੀਆਂ ਜਿਹੜੀਆਂ ਲਿਖਤਾਂ ਨੇ ਜਿਨ੍ਹਾਂ ਦੀ ਹੁਣ ਇੰਟਰਪ੍ਰੀਟੇਸ਼ਨ ਤੇ ਟ੍ਰਾਂਸਲੇਸ਼ਨਸ ਹੋ ਰਹੀਆਂ ਨੇ ਤੇ ਉਹ ਬੜੀਆਂ ਕਨਵਿੰਸਿੰਗ ਨੇ ਵਾਕਈ ਕਿ ਹੀ ਵਾਜ਼ ਅ ਗ੍ਰੇਟ ਐਂਜਲ ਲਫ਼ਜ਼ ਜਿਹੜੇ ਉਹਨਾਂ ਨੇ ਵਰਤੇ ਨੇ। ਤੋ ਇਸ ਕਰਕੇ ਸਾਨੂੰ ਲੋੜ ਹੈ ਕਿ ਗੁਰਬਾਣੀ ਨੂੰ ਜਿੰਨੇ ਵੀ ਆਪਾਂ ਚੰਗੇ ਤਰੀਕੇ ਨਾਲ ਸਮਝਾਂਗੇ ਸਾਡੇ ਮਨ ਦੇ ਭਰਮ ਜਿਹੜੇ ਦੂਰ ਹੋਣਗੇ। ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਵੀਰ ਤਜਿੰਦਰ ਸਿੰਘ ਜੀ ਤੋਂ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿਉਂਕਿ ਇਹ ਸਵਾਲ ਬੜਾ ਡੂੰਘਾ ਇਸ ਕਰਕੇ ਤੇ ਸਮਾਂ ਲੱਗਣਾ ਵੀ ਸਹਿਬਨ।
ਲੱਗਣਾ ਚਾਹੀਦਾ ਸੀ ਔਰ ਲੱਗਿਆ ਵੀ ਹੈ। ਤੋ ਇਸ ਕਰਕੇ ਅਸੀਂ ਹੁਣ ਜਿਹੜੇ ਸਵਾਲ ਰਹਿ ਗਏ ਨੇ ਉਹ ਅੱਜ ਨਹੀਂ ਲੈ ਸਕਾਂਗੇ, ਕਿਉਂਕਿ ਸਮਾਂ ਜਿਹੜਾ ਸਿਰਫ 2-3 ਮਿੰਟ ਰਹਿ ਗਿਆ ਤੇ ਕੋਈ ਕੁਐਸਚਨ ਆਨਸਰਸ ਵੀ ਹੁੰਦੇ ਨੇ। ਤੋ ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਪ੍ਰੋਗਰਾਮ ਚਲਾਉਂਦਿਆਂ ਹੋ ਗਈਆਂ ਬਹੁਤ ਸਾਰੀਆਂ त्रुटियां गलतियां ਉਹ ਲਿਖਾਂ, ਔਰ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਉੱਤਰ ਦਿੱਤੇ ਨੇ ਉਹਨਾਂ 'ਚ ਵੀ ਕੋਈ ਕਮੀ ਰਹਿ ਗਈ ਹੈ, ਉਹਦੇ ਲਈ ਵੀ ਖਿਮਾ ਮੰਗਦੇ ਹਾਂ। ਔਰ ਆਪ ਸਾਰਿਆਂ ਪਾਸੋਂ ਇਹ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋਗੇ, ਤਾਂ ਜੇ ਅਸੀਂ ਆਪਣੇ ਆਪ ਨੂੰ ਜਿੱਥੇ ਕਰੈਕਟ ਕਰ ਸਕੀਏ ਉੱਥੇ ਪ੍ਰਚਾਰਕ ਹੋਣ ਦੇ ਨਾਤੇ ਅਸੀਂ ਅੱਗੋਂ ਲਈ ਸਹੀ ਗੱਲ ਕਰੀਏ। ਤਾਂ ਤੁਹਾਡੇ ਸੁਝਾਅ ਜਿਹੜੇ ਨੇ ਵੈਲਕਮ ਨੇ, ਤੁਹਾਡੇ ਜਿਹੜੇ ਸਵਾਲ ਆਉਂਦੇ ਨੇ ਉਹ ਵੀ ਵੈਲਕਮ ਨੇ। ਤੇ ਅਸੀਂ ਹਰ ਵਾਰੀ ਬੇਨਤੀ ਕਰੀਦੀ ਹੈ ਕਿ ਆਪਣੇ ਸਵਾਲ ਜਿਸ ਵੇਲੇ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਆਵੇ, ਕਿਰਪਾ ਕਰਕੇ ਕਿਸੇ ਵੀ ਤੁਸੀਂ ਪੈਨਲ ਮੈਂਬਰ ਨੂੰ ਜਾਂ ਗਰੁੱਪ ਵਿੱਚ ਤੁਸੀਂ ਇਹ ਪਾ ਕੇ ਸਾਨੂੰ ਦੱਸ ਸਕਦੇ ਹੋ। ਤੇ ਸਾਡੀ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਅਸੀਂ ਗੁਰਬਾਣੀ ਆਧਾਰ ਔਰ ਜਿਹੜੀਆਂ ਅਥੈਂਟਿਕ ਲਿਖਤਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈ। ਤੋ ਇੱਕ ਵਾਰ ਫੇਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਮੈਂ ਹੁਣ ਬੇਨਤੀ ਕਰਾਂਗਾ ਵੀਰ ਜੀ ਨੂੰ ਕਿ ਉਹ ਆਪਣਾ ਅਗਲਾ ਪ੍ਰੋਗਰਾਮ ਦੱਸਣ। ਜਿਹੜੇ ਸਵਾਲ ਰਹਿ ਗਏ ਨੇ ਉਹ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਪਹਿਲੇ ਉਹਨਾਂ ਨੂੰ ਜਵਾਬ ਦੇ ਕੇ ਫਿਰ ਅਗਲੇ ਸਵਾਲ ਨੂੰ। ਤੋ ਆਓ ਸਾਰੇ ਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।